ਸਫਰ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਹੋਸਟ ਨਿੱਕਾ ਗਿੱਲ ਤੇ ਆਪਣੇ ਵਾਅਦੇ ਅਨੁਸਾਰ ਅੱਜ ਫੇਰ ਇੱਕ ਨਵੀਂ ਪੇਸ਼ਕਸ਼ ਲੈ ਕੇ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਜਿਵੇਂ ਕਿ ਅਸੀਂ ਤੁਹਾਨੂੰ ਵਾਅਦਾ ਕੀਤਾ ਸੀ, ਅਸੀਂ ਤੁਹਾਨੂੰ ਐਵੇਂ ਦੀਆਂ ਸ਼ਖਸੀਅਤਾਂ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਆਪਣਾ ਭਰਪੂਰ ਜੀਵਨ ਤੇ ਜੀਆ ਹੀ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਕਮਿਊਨਿਟੀ ਦੇ ਲਈ ਵੀ ਬਹੁਤ ਅੱਛੇ ਕੰਮ ਕੀਤੇ ਨੇ। ਉਹਨਾਂ ਦੇ ਗੋਲਸ ਵੀ ਹਾਇਰ ਤੇ ਡਿਫਰੈਂਟ ਹੁੰਦੇ ਨੇ। ਸੋ ਅੱਜ ਜਿਵੇਂ ਅਸੀਂ ਹਰ ਵੇਲੇ ਸਾਡਾ ਇਹ ਪ੍ਰੋਗਰਾਮ ਮੇਨਲੀ ਵੂਮਨ ਨੂੰ ਡੈਡੀਕੇਟਿਡ ਹੈਗਾ, ਸੋ ਅਸੀਂ ਹਮੇਸ਼ਾ ਤੁਹਾਡੇ ਸਾਹਮਣੇ ਉਵੇਂ ਦੀਆਂ ਵੂਮਨਸ ਨੂੰ ਲਿਆਉਂਦੇ ਹਾਂ ਜਿਨ੍ਹਾਂ ਨੇ ਕਿ ਬੜੀਆਂ ਮੱਲਾਂ ਮਾਰੀਆਂ ਨੇ, ਹਨਾ। ਸੋ ਅੱਜ ਦੇ ਐਪੀਸੋਡ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਸਾਹਮਣੇ ਰੂਬਰੂ ਕਰਾਉਂਦਿਆਂ ਹੋਇਆਂ ਇੱਕ ਸਾਡੀ ਛੋਟੀ ਬੱਚੀ ਸਿਮਰਨ ਮਾਨ ਜਿਨ੍ਹਾਂ ਦੇ ਨਾਲ ਗੱਲ ਕਰਕੇ ਮੈਂ ਬਹੁਤ ਹੀ ਪ੍ਰਭਾਵਿਤ ਹੋਈ ਤੇ ਆਈ ਐਮ ਸ਼ੋਰ ਕਿ ਜਦੋਂ ਅਸੀਂ ਅੱਗੇ ਉਹਨਾਂ ਦੇ ਨਾਲ ਗੱਲਾਂ ਕਰਾਂਗੇ ਤੁਸੀਂ ਸਾਰੇ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਣਗੇ। ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਮਿਲਾਉਂਦਿਆਂ ਅੱਜ ਸਿਮਰਨ ਮਾਨ ਤੁਹਾਡਾ ਵੈਲਕਮ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਆਂਟੀ ਫॉर ਹੈਵਿੰਗ ਮੀ ਹੇਅਰ। ਥੈਂਕ ਯੂ ਸੋ ਮਚ ਫॉर ਕਮਿੰਗ। ਸੋ ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਰਹੀ ਸੀ ਕਿ ਸਿਮਰਨ ਮਾਨ, ਅਸੀਂ ਪਿਛਲੀਆਂ ਕੁਝ ਐਪੀਸੋਡਸ ਦੇ ਵਿੱਚ ਇੱਕ ਸ਼ਖਸੀਅਤ ਨੂੰ ਤੁਹਾਡੇ ਨਾਲ ਰੂਬਰੂ ਕੀਤਾ ਸੀ, ਕਿਰਨ ਮਾਨ। ਇਹ ਉਹਨਾਂ ਦੀ ਛੋਟੀ ਬੇਟੀ ਨੇ ਤੇ ਜਦੋਂ ਮੈਂ ਉਹਨਾਂ ਦੇ ਨਾਲ ਉਦੋਂ ਇੰਟਰਵਿਊ ਤੋਂ ਪਹਿਲਾਂ ਗੱਲ ਕਰ ਰਹੀ ਸੀ ਤੇ ਉਹ ਕਹਿੰਦੇ ਕਿ ਮੇਰੀ ਬੇਟੀ ਸਿਮਰਨ ਸ਼ੀ ਇਜ਼ ਲੋਟ ਲਾਈਕ ਯੂ। ਸੋ ਇਟਸ ਅ ਆਨਰ। ਜਿਵੇਂ ਮੈਂ ਕੱਲ ਤੁਹਾਡੇ ਨਾਲ ਗੱਲ ਕੀਤੀ ਕਿ ਮੈਨੂੰ ਬੜਾ ਅੱਛਾ ਲੱਗਿਆ ਕਿ ਤੁਸੀਂ ਕਮਿਊਨਿਟੀ ਬਾਰੇ ਸੋਚਦੇ ਹੋ, ਦੂਸਰਿਆਂ ਬਾਰੇ ਸੋਚਦੇ ਹੋ ਤੇ ਨਾਲ ਦੀ ਨਾਲ ਆਪਣੀ ਜ਼ਿੰਦਗੀ ਬਾਰੇ ਵੀ ਪੂਰਾ ਸੋਚਦੇ ਹੋ, ਹਨਾ। ਸੋ ਥੀਸ ਆਰ ਦ ਥਿੰਗਸ ਦੈਟ ਮੇਕ ਯੂ ਸਟਰੋਂਗ, ਹਨਾ। ਸੋ ਪਹਿਲਾਂ ਮੈਂ ਚਾਹਾਂਗੀ ਬੇਟੇ ਤੁਸੀਂ ਆਪਣੇ ਮੁੱਢਲੇ ਜੀਵਨ ਬਾਰੇ ਲਾਈਕ ਅਬਾਊਟ ਯੂਰ ਚਾਈਲਡਹੁੱਡ ਸਾਡੇ ਨਾਲ ਸ਼ੇਅਰ ਕਰੋ ਕਿ ਹਾਊ ਡੂ ਯੂ ਸੀ ਯੂਰ ਚਾਈਲਡਹੁੱਡ। Okay, so childhood was very good. ਮੈਂ ਤਿੰਨ ਸਕੂਲ ਚ ਗਈ ਸੀ, so Tall Pines and then Khalsa School, Brampton location 2 ਸਾਲ ਲਈ ਤੇ ਫਿਰ 4 ਸਾਲ ਲਈ high school Turner Fenton. ਤੇ elementary school, it was good. I think ਸਾਰਾ ਕੁਝ ਇੱਕ stepping stone ਜਿੱਦਾਂ ਸੀ। So first I was very involved in sports, music, academics, the public speaking. So I think ਸਾਰਾ ਕੁਝ ਉੱਥੋਂ ਹੀ ਸ਼ੁਰੂ ਹੋਇਆ। And then in middle school, Khalsa school was so good. The teachers always ਤੁਹਾਨੂੰ push ਕਰਦੇ ਆ, you know, try karo, try karo. And that got me into social work. The seva, ek school the slogan see, the seva always stood out to me. That's, you know, bas seva bas langar nahi hundi, seva can be done in so many ways. ਹਾਂਜੀ। ਤੇ ਜਦੋਂ ਮੈਂ ਤੁਹਾਡੇ ਨਾਲ ਬੇਟੇ ਕੱਲ ਗੱਲ ਕਰ ਰਹੀ ਸੀ ਕਿ ਤੁਸੀਂ ਦੱਸਿਆ ਸੀ ਕਿ ਜਦੋਂ when you were in Tall Pine ਤੁਹਾਨੂੰ ਤੁਹਾਡੀ ਟੀਚਰ ਨੇ ਇੱਕ ਬਹੁਤ ਅੱਛਾ ਮੌਕਾ ਦਿੱਤਾ ਸੀ ਪਬਲਿਕ ਸਪੀਕਿੰਗ ਦਾ ਤੇ that's where it started. So I want you to elaborate more on that. Okay. So I think मैं 10 साल ਦੀ ਸੀ and the teacher was like, you know, एक topic choose करो ते ओदी speech देनी है ते फिर एक like competition होना and you get chosen. So the speech I gave was being the middle child. So मेरियां feelings कितना है because I'm, you know, I have a big sister, young sister. So मैं किथे sit करदी हां, what's my role, what's my position? And then I got chosen and I was the youngest competitor and I came third. Wow. And I was like, Mom, this was so much fun. Like I love sharing and speaking with people. So that was like the start of it all. And then for middle school. You know what, Simran, why you're a lot like me? Because I'm the middle child. You're the middle child too? Yes. मेरे बड़े sister ने एक छोटे sister है. So that's why we're like, we have to always try ਕਿ ਵੱਡਾ ਸਿਆਣਾ ਹੁੰਦਾ ਹੈ, ਛੋਟਾ ਬੇਬੀ ਹੁੰਦਾ ਹੈ ਤੇ so ਮੇਰੀ position ਕਿੱਥੇ ਆ ਤੇ ਨਾ ਛੋਟਾ ਨਾ ਵੱਡਾ। So we are always struggling to like find that spot for us to stand out. And ਉਹ ਕਰਦੇ ਅਸੀਂ ਜ਼ਿਆਦਾ ਸ਼ਾਈਨ ਕਰ ਜਾਂਦੇ ਹਾਂ। always. So that's amazing. ਤੇ ਫਿਰ ਉਸ ਤੋਂ ਬਾਅਦ ਤੁਸੀਂ ਖਾਲਸਾ ਸਕੂਲ ਗਏ ਤੇ ਉਹਦੇ ਵਿੱਚ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਖਾਲਸਾ ਸਕੂਲ ਦਾ ਜਿਹੜਾ ਸਲੋਗਨ ਹੈਗਾ it's 3 made of 3 things. ਸਿਮਰਨ ਸੇਵਾ ਸਦਾਚਾਰ। ਹਾਂਜੀ। ਸੋ ਸਿਮਰਨ ਸੇਵਾ ਤੇ ਸਦਾਚਾਰ। ਤੇ ਭਾਵੇਂ ਤੁਹਾਡਾ ਨਾਮ ਸਿਮਰਨ ਹੈ ਪਰ ਤੁਸੀਂ ਅਟਰੈਕਟ ਸੇਵਾ ਤੋਂ ਜ਼ਿਆਦਾ। I was always attracted to seva and not just that
like, you know, ਜਦੋਂ ਆਪਾਂ ਗੁਰਦੁਆਰਾ ਜਾਂਦੇ ਹਾਂ ਸਾਨੂੰ ਦੱਸਦੇ ਬਹੁਤ ਸੇਵਾ ਕਰ ਪਾਣੀ ਦੇ ਦਾਲ ਦੇ, right? But there's so much in seva that seva, you know, ਕਿਸੇ ਦੀ ਡੋਰ ਵੀ ਖੋਲੋ, ਕਿਸੇ ਨੂੰ smile ਕਰੋ, you know, help others, money raise ਕਰੋ ਕੋਈ charity ਲਈ, that's all seva. And then from Khalsa school I started, you know, raising money, food bank ਲਈ, ਕੋਈ charity ਲਈ, bake sale ਕੀਤੀ ਸੀ ਮੈਂ 3 ਦਿਨ ਦੀ bake sale ਵੀ ਕੀਤੀ ਸੀ, and then after that it just started to grow from there. And that's where you had the opportunity to be with We. Yeah, so a Canadian organization now, We Charity, and my teacher selected me that, you know, to chal ja represent Khalsa school. And mainu kuch nahi pata si that what We does, like I was just blindly main chal gayi that okay, school class nahi lagni, aaj chal jani hai, koi trip ho chuka. And I went and I was in shock. And I saw videos of, you know, girls in Kenya and girls in India, they don't have pani, they don't have education, and that moved me. And I was like, okay, I want to do something, and it's my job to do something. And I always tell Mama all the time that Babaji made me sick because our main thing is seva karo. Always help others, always be nice. So I think that I was put in this lifetime as my culture and religion because we always give back. Our community always goes above and beyond. 3 baje bhi kisi nu phone karo hamesha chukde a, right? So that started. Simran ne ek bahut vaddi ਗੱਲ ਕਹੀ ਕਿ Baba Ji made me sick. Yeah. Because we are made to give back, and I always strongly feel ਮੈਂ ਜਦੋਂ ਸਵੇਰੇ ਉੱਠਦੀ ਹਾਂ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਬਾਬਾ ਜੀ ਦਾ to made me who I am. And ਆਪਣੇ ਇਸ ਧਰਮ ਦੇ ਵਿੱਚ ਨਾ ਸਾਰੇ ਧਰਮ ਬਹੁਤ ਅੱਛੇ ਨੇ, ਸਾਰੇ ਧਰਮ give back ਕਰਦੇ ਨੇ, ਪਰ ਕਿਉਂਕਿ ਆਪਾਂ ਇਹਦੇ ਵਿੱਚ ਜੰਮੇ ਹੋਏ ਆ, ਇਹਦੇ ਵਿੱਚ ਆਪਾਂ ਨੂੰ ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਸਾਡਾ ਮੂਲ ਸਿਧਾਂਤ ਨੇ. ਐਂਡ those who follow, and ਜਦੋਂ ਵੀ ਕਦੋਂ ਵੀ giving ਦੀ ਗੱਲ ਆਉਂਦੀ ਹੈ, giving back to community, I think so ਕਿ ਸਾਰੇ ਹੀ ਸਾਡੇ ਸਿੱਖ ਧਰਮ ਦੇ ਜਿਹੜੇ ਲੋਕ ਨੇ ਬਹੁਤ ਮੂਰਲੀ like they are in the front rows. Appa like inniya sacrifices vi ਕੀਤੀਆਂ. So I think I was sick ਜਦੋਂ for a reason. sacrifice ਦੀ ਵੀ ਗੱਲ ਆਉਂਦੀ ਹੈ ਤਾਂ ਵੀ ਅੱਗੇ, ਤੇ ਜਦੋਂ ਦੇਣ ਦੀ ਵਾਰੀ ਆਉਂਦੀ ਹੈਗੀ ਹੈ ਨਾ. So we are so proud of you, Simran, that you feel that ways, ਹੈ ਨਾ. So ਮੈਂ ਚਾਹਾਂਗੀ ਕਿ ਜਿਹੜੇ ਬੱਚੇ ਜਾਂ ਜਿਹੜੇ ਮਦਰਸ ਜਾਂ ਜਿਹੜੇ ਕੋਈ ਵੀ ਬੀਬੀਆਂ ਭੈਣਾਂ ਸਾਡੀ ਗੱਲ ਸੁਣ ਰਹੇ ਨੇ, ਉਹ ਜ਼ਰੂਰ ਇਹ ਵਾਲੀ ਇੰਟਰਵਿਊ ਤੁਸੀਂ ਸਿਮਰਨ ਦੀ ਆਪਣੇ ਯੰਗ ਬੱਚਿਆਂ ਦੇ ਨਾਲ ਸ਼ੇਅਰ ਕਰੋ. ਐਂਡ ਆਪਣੇ ਹੁਣ ਫਾਰਮਰਸ ਪ੍ਰੋਟੈਸਟ ਦੇ ਵਿੱਚ ਬਹੁਤ ਦੇਖਣ ਨੂੰ ਆਇਆ ਕਿ ਬੜੇ ਬੱਚੇ ਪ੍ਰਾਊਡ ਫੀਲ ਕਰਦੇ ਨੇ, ਹਨਾ, ਬਿਕੋਜ਼ ਸੀ you didn't know, you were born and brought up here, ਤੁਹਾਨੂੰ ਪਤਾ ਹੀ ਨਹੀਂ ਸੀ ਕਿ ਵੀ ਇੰਡੀਆ ਦੇ ਵਿੱਚ ਇੰਨੀ ਪਾਵਰਟੀ ਹੈ ਜਾਂ ਕੇਨੀਆ ਦੇ ਵਿੱਚ ਜਾਂ ਸਾਊਥ ਅਫਰੀਕਾ ਦੇ ਵਿੱਚ, till you are introduced to those things. But when you were introduced, then you took it to the next level. That's amazing. So you got to go to Kenya also? So in grade 12 ਪਹਿਲਾਂ ਮੈਂ 2-3 ਸਾਲ ਬਸ like days ਕੀਤੇ for building a school in Kenya. And then in grade 12, Mom and I got to go for 2 weeks. ਤੇ ਆਪਾਂ ਉੱਥੇ ਸਾਰਾ schools visit ਕੀਤੇ, hospitals visit ਕੀਤੇ, and then we built a classroom too. So ਇਹ ਆਪਣੇ ਹੱਥ, ਮੈਂ ਜਦੋਂ ਇਹਨਾਂ ਨਾਲ ਕੱਲ ਗੱਲ ਕਰ ਰਹੀ ਸੀ ਮੈਨੂੰ ਲੱਗਿਆ ਕਿ ਇਹ ਪੈਸੇ ਦੇ ਕੇ ਆ ਗਏ ਹੋਣੇ ਨੇ, but you actually did work, like we did construction. So ਤੁਸੀਂ ਕੀ ਕੀਤਾ ਬੇਟੇ? We did the bricking. So ਸਾਰੇ brick ਥੱਲੇ ਰੱਖੇ and then ਜਿਹੜਾ cement ਲਾਉਂਦੇ ਆ ਉਹ ਸਾਰਾ ਕੁਝ ਕੀਤਾ. It was so much so fun. whenever Simran can, like ਜਦੋਂ ਵੱਡੇ ਵੀ ਹੋ ਜਾਣਗੇ, she can tell her kids picture ਦਿਖਾ ਕੇ ਕਿ ਆਹ ਕਮਰਾ ਮੈਂ ਬਿਲਡ ਕੀਤਾ ਸੀ. The village ਨੇ ਇੱਕ ceremony ਵੀ hold ਕੀਤੀ to say thank you principal. ਤੇ ਉੱਥੇ tradition ਹੁੰਦਾ ਤੁਹਾਨੂੰ goat ਦਿੰਦੇ ਆ as a way of saying thank you. They gave you a live goat. So what did you do with the goat is on the resort ਜਿੱਥੇ ਆਪਾਂ ਰਹੇ ਆ. So if I go ਮੈਨੂੰ ਪਤਾ ਮੇਰੀ goat ਵੀ ਕਿਹੜੀ ਆ. That is so amazing, hana, that is so amazing. So ਤੋ ਤੁਹਾਡਾ ਜਿਵੇਂ ਇਹ ਹਾਲੇ ਮਿਡਲ ਸਕੂਲ ਤੱਕ ਪਹੁੰਚੇ ਨੇ ਇਹ, ਆਪਾਂ ਇਹਨਾਂ ਦਾ ਸਫ਼ਰ ਸ਼ੁਰੂ ਦੇ ਵਿੱਚ ਹੀ ਹੈ, and already she went to Kenya already. ਪਰ ਇਹਦੇ ਵਿੱਚ ਮੈਂ ਇਹਨਾਂ ਦੇ ਮੰਮਾ ਦਾ ਵੀ ਬੜਾ ਵੱਡਾ ਹੱਥ ਹੈਗਾ ਨਾ,
ਤੇ ਕਿਰਨ ਜਿਵੇਂ ਆਪ she is a woman with very strong vision for herself and others ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਕੰਪਨੀ ਵੀ ਹੈ ਇਟਸ ਟੂ ਬਿਲਡ ਅਦਰਸ ਹੈ ਨਾ ਸੋ ਆਫ ਕੋਰਸ ਉਹਨਾਂ ਦੇ ਬੱਚਿਆਂ ਦੇ ਤੇ ਅਸਰ ਪਏਗਾ ਹੀ ਬਹੁਤ ਜ਼ਿਆਦਾ ਐਂਡ ਫਿਰ ਉਸ ਤੋਂ ਬਾਅਦ ਬੇਟੇ ਤੁਸੀਂ ਹਾਈ ਸਕੂਲ ਦੇ ਵਿੱਚ ਤੁਸੀਂ ਪਬਲਿਕ ਸਕੂਲ ਦੇ ਵਿੱਚ ਆ ਗਏ Yeah, so then I went from private to public, which was good. I think ਜਦੋਂ private school ਚ young age ਜਾਓ, your morals build, and then I just carried them on in the public school. And by then I started my own organization. So my cousin has Crohn's and colitis. So koi bowel disease. And I was like, that's my cousin. I have to raise money. So by then I was also raising money for the Crohn's organization. Wow. So I was doing a couple different projects. ਸੀ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਸੇਵਾ ਦੀ ਜਾਗ ਲੱਗ ਗਈ ਤੇ ਸਿਮਰਨ is such an amazing girl and we are so proud of you. Thank you. You'll hear that many times from me and ਤੇ ਤੁਸੀਂ ਹੋਰ ਕੀ ਕੀਤਾ ਬੇਟੇ ਹਾਈ ਸਕੂਲ ਜਦੋਂ ਤੁਸੀਂ 12th grade ਦੇ ਵਿੱਚ ਸੀਗੇ 12th grade my biggest accomplishment was Culture Fest. So ਦੋ ਦਿਨ ਦਾ show ਹੁੰਦਾ and it's acting, singing, dancing, but not just like basic average talent show, like step up the talent show act kind of thing. I was the main chair, so there's 3 of us and we ek saal lag janda preparing the entire show. You have to find community sponsors, all that stuff you have to organize, after school practices and morning swere 7 baje sare always dance karte hain and it's so much fun. It's such a fun environment. That was my biggest grade 12 accomplishment. ਹਾਂਜੀ ਦੇਖੋ 12ਵੀਂ ਗ੍ਰੇਡ ਦੇ ਵਿੱਚ ਬੱਚਿਆਂ ਨੂੰ ਅਸੀਂ ਬੇਬੀ ਕਰਦੇ ਰਹਿੰਦੇ ਆ ਹਨਾ ਆਪਾਂ ਸੋਚਦੇ ਆ ਕਿ ਲੈ ਇਹਨਾਂ ਨੂੰ ਤੇ ਛੋਟੇ ਨੇ ਹਾਲੇ ਬੱਚੀਆਂ ਨੇ ਹਾਲੇ ਤਾਂ ਐਂਡ ਉਹਦੇ ਵਿੱਚ ਹੀ ਸਿਮਰਨ ਨੇ ਇੱਕ ਬੜਾ ਵੱਡਾ ਆਪਣਾ ਜਿਹਨੂੰ ਕਿ ਇਹਨਾਂ ਨੂੰ ਤਿਆਰੀ ਕਰਦਿਆਂ ਨੂੰ 1 ਸਾਲ ਲੱਗਿਆ ਕਮਿਊਨਿਟੀ ਇਵੈਂਟ ਹੁੰਦਾ ਬਟ ਯੂ ਹੈਵ ਟੂ ਬੀ ਸਟੂਡੈਂਟ ਆਫ ਦੈਟ ਸਕੂਲ ਤੇ ਉਹਦੇ ਵਿੱਚ ਇਹਨਾਂ ਨੇ ਦੇਖੋ ਮਨੀ ਵੀ ਰੇਜ਼ ਕਰਨੀ ਹੁੰਦੀ ਹੈ ਨਾਟ ਓਨਲੀ ਡਾਂਸ ਜਾਂ ਭੰਗੜਾ ਜਾਂ ਕੁਛ ਵੀ ਇਟ ਹੈਜ਼ includes lot of things. School ਤੁਹਾਨੂੰ ਪੈਸੇ ਨਹੀਂ ਦਿੰਦੇ joy it's basically principles like okay you want Culture Fest ਤੁਸੀਂ ਕਰੋ ਤੁਹਾਡੀ responsibility ਆ ਜਿਹਨੇ ਪੈਸੇ pay ਕਰਨੇ ਆ props ਲਈ costumes ਲਈ you have to find community sponsors. So that's always fun and challenging. ਤੇ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਉਹ ਕਿੱਡੀ ਵੱਡੀ ਇੱਕ ਕਿਉਂਕਿ life is being a organizer of your life and then how you treat others ਹੈ ਨਾ ਸੋ ਤੁਹਾਨੂੰ ਉਹਦੇ ਵਿੱਚ ਮਾਸਟਰੀ ਹੋ ਗਈ ਇੱਕ ਤਰ੍ਹਾਂ ਦੀ ਹੈ ਨਾ ਸੋ ਤੁਸੀਂ ਉਹਦੇ ਹੀ ਸੋਚ ਲਿਆ ਸੀ ਕਿ what are you going to do in your life? No, so grade 12 I was like ਮੈਂ business school ਚ ਜਾਣਾ so ਜਦੋਂ ਮੈਂ apply ਕੀਤਾ universities they were all business programs and then ਇੱਕ program I did social justice because मैं एक class see and I enjoyed it so I was like okay it can be my last option but luckily I got all my acceptances and then by the end of grade 12 I was like मैं business च नहीं जाना I really want to go into social justice but then sometimes or doubts आ जाते हैं that जे मैं इथे करूँगी लोग की कहेंगे because it's not your typical doctor, lawyer, engineer. Or a highly paid job. Yeah, right? How much money can I make? Where can I go? What can I do? But then at the end of the day, I was like, I really think this is my calling. So I'm not going to do business. I'm going to stick to social justice. And luckily, no regrets. Yeah. See, ਦੇਖੋ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕਰ ਰਹੀ ਸੀ ਤੇ ਤੁਸੀਂ you asked your mom for her advice तो mama ने भी ਇਹਨਾਂ ਨੂੰ ਇਹੀ ਕਿਹਾ ਕਿ do whatever pleases you she said joy ਕਰਨਾ ਕਰ don't focus on money ਕਈ ਵਾਰੀ ਆਪਾਂ ਬੱਚਿਆਂ ਨੂੰ lawyer doctor engineer ਇਸੇ ਕਰਕੇ ਬਣਾਉਣਾ ਚਾਹੁੰਦੇ ਆ ਕਿ ਬੜੀਆਂ well paid job ਨੇ well respected jobs ਨੇ ਹਨਾ but then ਫਿਰ ਬਾਕੀ ਦੇ ਕੰਮ ਕੌਣ ਕਰੇਗਾ ਹਨਾ ਸੋ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਬੱਚਿਆਂ ਨੂੰ ਕੀ ਚੰਗਾ ਲੱਗਦਾ ਹੈ ਬੱਚਿਆਂ ਨੂੰ ਟਾਈਮ ਦਿਓ ਕਿ ਉਹ 10 ਸਾਲ ਬਾਅਦ ਜਾਂ what like
ਉਹ ਜਦੋਂ ਤੁਹਾਡੀ ਉਮਰ 'ਚ ਨੇ ਉਹ ਆਪਣੇ ਆਪ ਨੂੰ ਕੀ ਬਣਿਆ ਦੇਖਣਾ ਚਾਹੁੰਦੇ ਨੇ Yeah, ਹਨਾ yeah. ਸੋ ਲੈਟ them do that Yeah. ਹਨਾ ਕਈ ਵਾਰੀ ਆਪਾਂ ਫੋਰਸ ਕਰ ਦਿੰਨੇ ਆ, ਉਹਦੇ ਨਾਲ ਇਸ਼ੂਜ਼ ਆ ਜਾਂਦੇ ਨੇ Yeah. ਹਨਾ ਬੱਚੇ ਇੰਜੋਏ ਨਹੀਂ ਕਰਦੇ ਲਾਈਫ ਪਰ ਜੇ ਆਪਾਂ ਉਹਨਾਂ ਨੂੰ ਸ਼ੁਰੂ ਤੋਂ ਹੀ ਤੋੜਨ ਮਰੋੜਨ ਲੱਗ ਜਾਂਦੇ ਆ ਕਹਿੰਦੇ ਨਹੀਂ ਏਦਾਂ ਕਰੋ ਉਦਾਂ ਕਰੋ ਸੋ that again it's your mom's very Mom's big doing. ਹਨਾ Yeah, yeah. ਤੇ we are so lucky to have Kiran Yeah. also as a community member ਜਿਹੜੇ ਕਿ ਨਾ ਕਿ ਸਾਰੀ ਦੁਨੀਆ ਨੂੰ ਦਿਸ਼ਾ ਦਿਖਾਉਂਦੇ ਨੇ ਜਿਹੜਾ ਵੀ ਉਹਨਾਂ ਦੇ ਕੋਲ ਆਉਂਦਾ ਹੈ ਉਹ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਬੜਾ ਅੱਛਾ Yeah. brought up ਕੀਤਾ ਹਨਾ Yeah. so what are you doing now Mitte? So now I'm starting third year in September. I'm at Western University doing an honors double major in social justice and CSI, basically children's psychology, children's agency, children, what role they play in society. And then I'm doing a minor in in law and public policy. So a little mix of everything that I enjoy. What is it that you'll become in life? So my main goal is just to motivate people, be a motivational speaker, meet new people, inspire people, and hopefully one day I can build something, send girls to school. I always tell moms I want to sponsor girls in India, give them the chance to go be whatever they want to be. So that's the main goal. ਹਾਂ ਦੇਖੋ ਆਪਾਂ ਆਪਣੀ ਜ਼ਿੰਦਗੀ ਤੇ ਸਾਰੇ ਸੋਚਦੇ ਹਾਂ ਕਿ ਸਾਡੇ ਕੰਟਰੋਲ 'ਚ ਉਹਨੂੰ ਜਿੰਦੇ ਰਹਿੰਦੇ ਆ ਕਈ ਵਾਰੀ ਵਧੀਆ ਲੱਗਦੀ ਆ ਆਪਾਂ ਨੂੰ ਕਈ ਵਾਰੀ ਨਹੀਂ ਵਧੀਆ ਲੱਗਦੀ ਪਰ ਜਿਹੜੇ ਮੋਟੀਵੇਸ਼ਨਲ ਸਪੀਕਰਸ ਹੁੰਦੇ ਨੇ ਨਾ ਇਹਨਾਂ ਦੇ ਕੋਲ ਇੱਕ ਹੁਨਰ ਹੁੰਦਾ ਹੈ ਕਿ ਇਹ ਆਪਣੇ ਐਕਸਪੀਰੀਐਂਸਸ ਦੇ ਨਾਲ ਆਪਣੀ ਨੌਲੇਜ ਦੇ ਨਾਲ ਜਾਂ ਆਪਣੀ ਜਿਹੜਾ ਉਹਨਾਂ ਦੀ ਕ੍ਰਿਜ਼ਮਾ ਹੁੰਦਾ ਉਹਦੇ ਨਾਲ ਦੂਜਿਆਂ ਨੂੰ ਮੋਟੀਵੇਟ ਕਰਦੇ ਨੇ ਮੈਂ ਕਹਿੰਦੀ ਹਾਂ ਕਿ ਇਹਨਾਂ ਦੀ ਬੜੀ ਇੰਪੋਰਟੈਂਟ ਜਗ੍ਹਾ ਹੈਗੀ ਹੈ ਕਿਉਂਕਿ ਆਪਣੇ ਲਈ ਜੀਣਾ is ਜੀਣਾ ਓਨਲੀ ਪਰ ਜਦੋਂ ਤੁਸੀਂ ਬੈਠ ਕੇ ਸੋਚਦੇ ਹੋ ਕਿ ਮੇਰੇ ਜੀਵਨ ਤੋਂ ਇੰਨੇ ਜਣੇ ਲੋਕ oh they can be motivated it's amazing so you know what beshak par main dekhte ki motivational speakers make good money also but मैं कहनी जे तुसी बेटे मनी ते नहीं ना फोकस करोगे मनी जिन्नी ਤੁਹਾਡੀ ਕਿਸਮਤ ਚ ਬਾਬਾ ਜੀ ਨੇ ਤੁਹਾਨੂੰ ਦੇ ਦੇਣੀ ਹੈ ਜੇ ਨਹੀਂ ਵਰਕ ਕਰੋਗੇ ਲੌਟਰੀ ਨਿਕਲ ਆਏਗੀ ਹੈ ਨਾ but do whatever pleases you and you are going to make huge difference in others lives that is priceless ਉਹਦੀ ਕੋਈ ਪ੍ਰਾਈਸ ਨਹੀਂ ਹੈਗੀ ਹੈ ਨਾ ਸੋ ਬੜਾ ਹੀ ਅੱਛਾ ਲੱਗ ਰਿਹਾ ਬੱਚੀ ਨਾਲ ਗੱਲਾਂ ਕਰਦਿਆਂ ਹੋਇਆਂ ਤੇ ਇਦਾਂ ਹੀ ਇਹ ਤਾਂ ਹਾਲੇ ਆਪਾਂ ਉਹਨਾਂ ਦੇ ਬਚਪਨ 'ਚ ਹੀ ਹੈਗੀਆਂ ਹਨਾ ਸੋ ਤੁਸੀਂ ਦੇਖੋਗੇ ਕਿ ਅੱਗੇ ਵੀ ਇਹਨਾਂ ਨੇ ਕਿੰਨਾ ਕੁਝ ਕੀਤਾ ਕਮਿਊਨਿਟੀ ਦੇ ਲਈ ਤੇ ਸ਼ੀ ਇਜ਼ ਆਲਰੇਡੀ ਮੇਕਿੰਗ ਹਿਊਜ ਡਿਫਰੈਂਸ ਤੇ ਟਾਈਮ ਹੋ ਗਿਆ ਇੱਥੇ ਬ੍ਰੇਕ ਲੈਣ ਦਾ ਬ੍ਰੇਕ ਤੋਂ ਬਾਅਦ ਫਿਰ ਅਸੀਂ ਸਿਮਰਨ ਨਾਲ ਗੱਲਾਂ ਕਰਾਂਗੇ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਜੀ ਹਾਂ ਦੋਸਤੋ ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ ਤਾਂ ਭਰੋਸੇਯੋਗ ਇੱਕੋ ਇੱਕ ਨਾਂ BTS ਟਰੱਕ ਰਿਪੇਅਰਸ ਇੱਥੋਂ ਤੁਸੀਂ ਟਰੈਕਟਰ ਟ੍ਰੇਲਰ ਰੀਫਰ ਇੰਜਨ ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ ਜੀ ਹਾਂ BTS ਟਰੱਕ ਰਿਪੇਅਰ 39115 ਮੇਪਲ ਐਵਨਿਊ ਵੇਨ ਮਿਸ਼ੀਗਨ ਵਿਖੇ ਵਾਕਿਆ ਹੈ ਫੋਨ ਨੰਬਰ 734 419 1408 734 4191408 BTS ਟਰੱਕ ਰਿਪੇਅਰ ਪਤਾ ਨਹੀਂ ਮੈਨੂੰ ਕਦ ਜੌਬ ਮਿਲਣੀ ਹੈ ਲੱਭ ਥੱਕ ਗਈ ਮੈਨੂੰ ਲੱਗਦਾ ਤੁਸੀਂ NYX ਨਹੀਂ ਅਪਲਾਈ ਕੀਤਾ ਹੋਣਾ NYX ਡਾਇਰੈਕਟ ਹਾਇਰ ਕਰ ਰਹੇ ਨੇ ਪਰਮਾਨੈਂਟ ਫੁੱਲ ਟਾਈਮ ਪੋਜੀਸ਼ਨਸ ਉੱਤੇ ਤਿੰਨੋਂ ਸ਼ਿਫਟਸ ਲਈ NYX ਇੱਕ ਬਹੁਤ ਹੀ ਡਾਈਵਰਸ ਵਰਕ ਪਲੇਸ ਹੈ ਜੇਕਰ ਤੁਸੀਂ ਜੌਬ ਲੱਭ ਰਹੇ ਹੋ ਜਾਂ ਜੌਬ ਚੇਂਜ ਕਰਨਾ ਚਾਹੁੰਦੇ ਹੋ ਤਾਂ ਮੈਂ ਦੱਸਣਾ ਚਾਹਾਂਗਾ ਕਿ ਇਸ ਵਕਤ NYX ਵਿੱਚ ਹਾਇਰਿੰਗ ਚੱਲ ਰਹੀ ਹੈ EMPLOYEE ਦੀ ਸੇਫਟੀ ਤੇ ਹੈਲਥ NYX ਦੀ ਟੌਪ ਪ੍ਰਾਇੋਰਟੀ ਹੈ CDC ਤੇ OSHA ਤੋਂ ਇਲਾਵਾ ਇੰਡਸਟਰੀ ਐਕਸਪਰਟਸ ਦੀ ਸਲਾਹ ਦੇ ਨਾਲ COVID-19 ਪ੍ਰੋਟੋਕੋਲਸ ਡਿਫਾਈਨ ਤੇ ਇੰਪਲੀਮੈਂਟ ਕੀਤੇ ਗਏ ਹਨ ਤਾਂ ਜੋ ਅਸੀਂ ਆਪਣੇ EMPLOYEES ਲਈ ਇੱਕ ਸੇਫ ਵਰਕ ਪਲੇਸ ਬਣਾ ਕੇ ਰੱਖ ਸਕੀਏ ਮਸ਼ੀਨ ਆਪਰੇਟਰਸ ਫੋਰਕਲਿਫਟ ਡਰਾਈਵਰਸ ਮਟੀਰੀਅਲ ਹੈਂਡਲਰਸ ਸ਼ਿਪਿੰਗ ਅਤੇ ਰਿਸੀਵਿੰਗ ਟੈਕਨੀਸ਼ੀਅਨਸ ਦੀ ਜ਼ਰੂਰਤ ਹੈ NYX ਨੂੰ ਪੂਰੇ ਬੈਨੀਫਿਟ ਵੀ ਦੇਣਗੇ ਅਤੇ ਸ਼ਟਲ ਸਰਵਿਸ ਦਾ ਵੀ ਇੰਤਜ਼ਾਮ ਹੈ ਤੁਸੀਂ ਆਪਣਾ ਰੈਜ਼ੂਮੇ
ਈਮੇਲ ਕਰ ਸਕਦੇ ਹੋ recruiter@nyxinc.com ਉੱਤੇ, ਜਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਦੁਪਹਿਰੇ 2 ਵਜੇ ਤੱਕ ਤੁਸੀਂ ਪਲਾਈਮਾਊਥ ਰੋਡ ਲਿਵੋਨੀਆ ਦੀ ਕਿਸੇ ਵੀ ਨੇੜਲੀ ਲੋਕੇਸ਼ਨ ਉੱਤੇ ਜਾ ਸਕਦੇ ਹੋ। I'm Nirvesh Sandhu. On behalf of NYX, I want to reiterate to everybody that our employees' safety always has been and always will be our top priority. When it comes to COVID-19, we have put the strongest protocols in place that we can to protect our employees. We consulted with the CDC, with OSHA, with leading industry experts to find the best protocols to keep our employees and our workplace safe. 38700 ਪਲਾਈਮਥ ਰੋਡ ਜਾਂ 28356 ਪਲਾਈਮਥ ਰੋਡ, ਜਾਂ ਤੁਸੀਂ ਕਾਲ ਕਰ ਸਕਦੇ ਹੋ 734 838 8710 ਉੱਤੇ 734 838 8710। NYX NYX NYX, ਨੌਕਰੀਆਂ ਹੀ ਨੌਕਰੀਆਂ, NYX NYX। ਦੋਸਤੋ, ਜੇਕਰ ਤੁਸੀਂ ਟਰੱਕ ਡਰਾਈਵਿੰਗ ਦੀ ਜੌਬ ਦੀ ਭਾਲ ਦੇ ਵਿੱਚ ਹੋ ਤਾਂ ਪ੍ਰੈਸਟੀਜ ਫਰੇਟ ਨੂੰ ਜ਼ਰੂਰਤ ਹੈ ਟਰੱਕ ਡਰਾਈਵਰਸ ਦੀ। ਬਹੁਤ ਵਧੀਆ ਡਾਲਰਸ ਕਮਾ ਸਕਦੇ ਹੋ, ਚੰਗੇ ਮਾਈਲਸ ਮਿਲਣਗੇ। ਵਧੇਰੇ ਜਾਣਕਾਰੀ ਲਈ ਹੁਣੇ ਕਾਲ ਕਰੋ ਦਵਿੰਦਰ ਗਰੇਵਾਲ ਹੋਣਾ ਨੂੰ 734 560 2886 ਉੱਤੇ। ਜੀ ਹਾਂ, 734 560 2886 ਉੱਤੇ ਗੱਲ ਕੀਤੀ ਜਾ ਸਕਦੀ ਹੈ। ਵਿਜ਼ਿਟ ਕਰੋ prestigefreight.com। ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ। ਤੇ ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਸਿਮਰਨ ਦੇ ਬਚਪਨ ਵਾਲੇ ਗੱਲਾਂ ਕੀਤੀਆਂ, ਉਹਨਾਂ ਦੇ ਕਿਵੇਂ ਉਹਨਾਂ ਨੇ ਸਕੂਲਿੰਗ ਕੀਤੀ, ਤੇ ਸਕੂਲ ਦੇ ਵਿੱਚ ਹੀ ਕਹਿੰਦੇ ਨੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਸ਼ੁਰੂ ਤੋਂ ਹੀ ਇਹਨਾਂ ਨੇ ਆਪਣਾ ਜਿਹੜਾ ਪ੍ਰਭਾਵ ਸੀ ਹਰ ਇੱਕ ਸਕੂਲ ਟੀਚਰਸ, ਯੂ ਵਰ ਪਿਕ ਬਿਕੋਜ਼ ਯੂ ਵਰ ਸਪੈਸ਼ਲ, ਹੈ ਨਾ। ਆਲਵੇਜ਼ ਤੁਹਾਨੂੰ ਹਰ ਇੱਕ ਅੱਛੀ ਚੀਜ਼ ਲਈ ਪਿਕ ਕੀਤਾ ਜਾਂਦਾ ਸੀ ਬਿਕੋਜ਼ ਯੂ ਹੈਡ ਦੈਟ ਇਨ ਯੂ, ਹੈ ਨਾ। ਸੋ ਉਹ ਪਹਿਲਾਂ ਹੀ ਟੀਚਰਸ ਦੀਆਂ ਅੱਖਾਂ ਦੇ ਵਿੱਚ ਤੁਸੀਂ ਆਉਣ ਲੱਗ ਗਏ, ਹੈ ਨਾ, ਬਿਕੋਜ਼ ਯੂ ਆਰ ਮੇਡ ਫॉर ਬਿਗ ਥਿੰਗਸ, ਹੈ ਨਾ। ਸੋ ਇਹ ਵੀ ਇੱਕ ਬਾਬਾ ਜੀ ਦੀ ਮਿਹਰ ਹੁੰਦੀ ਹੈ ਆਪਣੇ ਤੇ, ਕਿ ਉਹਨਾਂ ਨੇ ਆਪਾਂ ਨੂੰ ਇੰਨੀ ਅੱਛੀ ਸੋਚ ਦੇ ਕੇ ਭੇਜੀ ਹੈ ਕਿ ਵੀ ਵਾਂਟ ਟੂ ਡੂ ਗੁੱਡ ਫॉर ਅਦਰਸ, ਹੈ ਨਾ। ਇਹ ਬਹੁਤ ਅੱਛੀ ਐਂਡ ਲਾਈਕ ਬੀ ਥੈਂਕਫੁਲ ਫॉर दैट, ਹੈ ਨਾ। ਕਿ ਕੰਪੈਸ਼ਨੇਟ ਹੋਣਾ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ। ਵੀ ਨੀਡ ਮੋਰ ਪੀਪਲ ਹੂ ਆਰ ਲਾਈਕ ਕੰਪੈਸ਼ਨੇਟ, ਹੈ ਨਾ। ਸੋ ਮੈਂ ਹਮੇਸ਼ਾ, ਮੈਨੂੰ ਜੇ ਕੋਈ ਪੁੱਛਦਾ ਹੈ ਕਿ ਮੇਰੇ ਬੱਚਿਆਂ ਨੂੰ ਮੈਂ ਕੀ ਬਣਾਉਣਾ ਚਾਹੁੰਦੀ ਹਾਂ, ਆਈ ਨੈਵਰ ਸੇ ਡਾਕਟਰ ਇੰਜੀਨੀਅਰ। ਮੈਂ ਕਹਿੰਦੀ ਸੀ ਕਿ ਮੈਂ ਸਿਰਫ ਇਹਨਾਂ ਨੂੰ ਕੰਪੈਸ਼ਨੇਟ ਬਣਾਉਣਾ ਚਾਹੁੰਦੀ ਹਾਂ, ਤੇ ਬਾਕੀ ਜੋ ਇਹਨਾਂ ਦੀ ਡੈਸਟਨੀ ਹੈ ਇਹ ਬਾਣੀ ਜਾਣਗੇ, ਹੈ ਨਾ। ਇਹ ਸਾਰੇ ਸਾਡੇ ਪੇਰੈਂਟਸ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਦੇ ਵਿੱਚ ਜਿਵੇਂ ਸੇਵਾ, ਤੁਸੀਂ ਆਫ ਕੋਰਸ ਆਪਣੇ ਮਮ ਨੂੰ ਦੇਖਿਆ, ਉਹਨਾਂ ਨੇ ਤੁਹਾਨੂੰ ਇਨਕਰੇਜ ਕੀਤਾ, ਇਹ ਆਪਣੇ ਬੱਚਿਆਂ ਦੇ ਵਿੱਚ ਇੱਕ ਸਾਡੇ ਸਿੱਖ ਧਰਮ 'ਚ ਉਹੀ ਜ਼ਿਆਦਾ ਹੈਗੀ ਹੈ, ਤੇ ਕੁਛ ਸਾਨੂੰ ਉਹਨਾਂ ਦੇ ਵਿੱਚ ਜੇ ਨਹੀਂ ਹੈਗੀ ਤੇ ਇਹ ਜ਼ਰੂਰ ਉਹਨਾਂ ਦੇ ਸਾਹਮਣੇ ਕਰੋ, ਆਪੇ ਉਹ ਦੇ ਬਣ ਜਾਣਗੇ, ਹੈ ਨਾ। ਸੋ ਸਿਮਰਨ, ਤੁਸੀਂ ਸੇਵਾ ਤੇ ਕਰਦੇ ਹੋ ਤੇ ਬਹੁਤ ਕੁਝ ਕਰਦੇ ਹੋ, ਬਟ ਹੋਰ ਇੱਕ ਤੁਸੀਂ ਬਹੁਤ ਅੱਛਾ ਇਨੀਸ਼ੀਏਟਿਵ ਕੀਤਾ। ਹਾਊ ਡਿਡ ਯੂ ਕਮ ਅਪ ਵਿਦ that and what you do? We want to know in detail. Okay, so मैं focus करती हूँ on mental health, specifically anxiety. So just growing up, मैंने बहुत anxiety ਹੁੰਦੀ ਹੈ, like my hands are sweaty, मेरा ਢਿੱਡ ਦੁਖਣਾ ਸਵੇਰੇ। And because ਆਪਾਂ ਆਪਣੀ community 'ਚ ਇੰਨਾ ਗੱਲ ਨਹੀਂ ਕਰਦੇ, then I wasn't always sure that ਜਿਹੜੇ ਮੈਨੂੰ symptoms ਆ ਰਹੇ ਆ, are they normal or is it something that's medically proven? ਤੇ ਫਿਰ eventually as I got more into high school, I was like, you know, every day ਮੇਰਾ stomach ਦੁਖਦਾ ਆ, that's not okay. And then I went to the doctor and he's like, you know, I think she has a bit of mild anxiety. And first, obviously, mom's initial reaction was, anxiety ਕੀ ਹੁੰਦੀ? ਮੈਨੂੰ ਨਹੀਂ ਪਤਾ। Anxiety? No. ਸਾਰਾ ਕੁਝ ਤੇਰੇ ਫੋਨ 'ਚ, ਫੋਨ ਸੁੱਟ ਦੇ ਬਾਹਰ, anxiety ਵੀ ਚੱਲ ਜੂਗੀ ਤੇਰੀ, right? There's no mental illness in our culture, society. And eventually, I think when I started sharing more with mom that, see, like, koi choti ji gal la, but in my head, I'm stressed about it. Then she was like, okay, you know, like, and then that started, and then
about last year I decided that I'm gonna post a video on my Instagram and I'm gonna share with everybody, because normally ਜਦੋਂ ਮੈਂ share ਕਰਦੀ ਹਾਂ that I have anxiety, everybody looks at me and they're like, ਤੈਨੂੰ ਕਿਹੜੀ anxiety ਹੈ, ਤੂੰ ਤਾਂ ਕਿੰਨਾ ਬੋਲਦੀ ਆ। ਇੱਥੇ ਮੈਂ ਬੇਟੇ ਜ਼ਰੂਰ ਇੱਕ ਗੱਲ ਕਹਿਣਾ ਚਾਹਾਂਗੀ ਕਿ I am guilty of that also, ਹੈ ਨਾ। ਅਸੀਂ ਐਜ਼ ਪੇਰੈਂਟਸ ਸੋਚਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਭ ਕੁਝ ਦਿੱਤਾ ਹੈ, ਖੁਸ਼ ਨੇ, ਉਹਨਾਂ ਦੇ ਕੋਲ ਗੇਮਸ ਨੇ, ਕੱਪੜੇ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਸਕੂਲ ਛੱਡਦੇ ਹਾਂ, ਪਿਕ ਕਰਦੇ ਹਾਂ, ਫੋਨ ਦਿੱਤੇ ਹੋਏ ਨੇ, ਹੈ ਨਾ। ਤੇ ਆਪਾਂ ਸੋਚਦੇ ਹਾਂ ਕਿ ਜਦੋਂ ਆਪਣਾ ਬੱਚਾ ਆਪਾਂ ਨੂੰ ਆ ਕੇ ਕਹਿੰਦਾ ਕਿ ਮੈਨੂੰ ਐਂਜ਼ਾਈਟੀ ਹੈਗੀ ਹੈ, even my daughter came to me and I overruled that. I'm guilty of that and I want to apologize that. ਬਿਕੋਜ਼ ਮੈਂ ਇਹ ਸੋਚਦੀ ਸੀਗੀ ਕਿ ਤੇਰਾ ਰੂਮ ਗੰਦਾ ਹੈ, ਤੈਨੂੰ ਤਾਂ ਐਂਜ਼ਾਈਟੀ ਹੋ ਰਹੀ ਹੈ, ਤੂੰ ਯੂ ਆਰ ਆਲਵੇਜ਼ ਔਨ ਫੋਨ, ਤਾਂ ਐਂਜ਼ਾਈਟੀ ਹੋ ਰਹੀ ਹੈ, ਆਪਣਾ ਰੂਮ ਸਾਫ਼ ਕਰ ਲੈ, ਤੂੰ ਠੀਕ ਹੋ ਜਾਏਗੀ, ਹੈ ਨਾ। ਬਿਕੋਜ਼ ਆਪਾਂ ਸੋਚਦੇ ਹੀ ਨਹੀਂ ਕਿ ਬੱਚਿਆਂ ਨੂੰ ਅੱਜ ਕੱਲ੍ਹ ਉਹਨਾਂ ਦੇ ਸੋਸ਼ਲ ਮੀਡੀਆ ਕਰਕੇ ਬੜੇ ਚੈਲੰਜਸ ਨੇ। ਇੱਕ ਉਹਨਾਂ ਦਾ ਫਿਟ ਇਨ ਕਰਨਾ, ਜਾਂ ਇੱਕ ਕੀ ਹੁੰਦਾ ਫੇਮਸ ਨਹੀਂ I am popular, more popular issue, ਹੈ ਨਾ। ਇਹ ਚੀਜ਼ਾਂ ਮੈਂ ਆਪਣੀ ਡਾਟਰ ਤੋਂ ਸਿੱਖੀਆਂ ਨੇ, ਜਿਹੜੀਆਂ ਕਿ ਜਦੋਂ ਅਸੀਂ ਗਰੋ ਅਪ ਕਰ ਰਹੇ ਸੀ ਸਾਨੂੰ ਨਹੀਂ ਸੀ ਇਹ ਫੇਸ ਕਰਨੀਆਂ ਪੈਂਦੀਆਂ, ਬਿਕੋਜ਼ ਉਦੋਂ ਕਲਚਰ ਡਿਫਰੈਂਟ ਹੁੰਦਾ ਸੀਗਾ। ਉਦੋਂ ਹੁੰਦਾ ਸੀ ਕਿ ਤੁਸੀਂ ਗੁੱਡ ਕੀਤਾ, ਇਫ ਯੂ ਆਰ ਅ ਗੁੱਡ ਪਲੇਅਰ ਔਰ ਯੂ ਸਟੈਂਡ ਫਰਸਟ, ਯੂ ਹੈਵ ਇਟ, ਹੈ ਨਾ। ਜੇ ਨਹੀਂ ਹੋ ਤੇ ਨਹੀਂ ਹੈ, ਤੇ ਤੁਹਾਨੂੰ ਕੋਈ ਦੁੱਖ ਵੀ ਨਹੀਂ ਸੀ ਹੁੰਦਾ। ਬਟ ਨਾਓ ਇਟਸ ਐਵਰੀਬਡੀਜ਼ ਥਿੰਗ, ਹੈ ਨਾ। ਸੋ ਬੱਚਿਆਂ ਨੂੰ ਐਂਜ਼ਾਈਟੀ, ਜੇ ਤੁਹਾਡੇ ਬੱਚੇ ਆ ਕੇ ਕਹਿੰਦੇ ਨੇ ਤੁਹਾਨੂੰ ਐਂਜ਼ਾਈਟੀ, ਉਹਨਾਂ ਨੂੰ ਐਂਜ਼ਾਈਟੀ ਹੈਗੀ, ਪਲੀਜ਼ ਉਹਨਾਂ ਨੂੰ ਲਿਸਨ ਕਰੋ, ਪਲੀਜ਼ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਓ ਜਾਂ ਕੁਛ ਕਰੋ, ਹੈ ਨਾ। ਫਿਰ ਮੈਂ ਵੀ ਇੱਕ ਵਾਰੀ ਜਦੋਂ ਮੇਰੀ ਡਾਟਰ ਨੇ ਜ਼ਿਆਦਾ ਹੀ ਕੀਤਾ ਐਂਡ ਸ਼ੀ ਸੈਡ ਕਿ ਮੈਂ ਵੀ ਉਹਨੂੰ ਕਿਹਾ ਕਿ ਐਂਜ਼ਾਈਟੀ ਕੀ ਹੁੰਦੀ ਆ, ਕਿਉਂਕਿ ਆਪਾਂ ਸੋਚਦੇ ਕਿ ਸ਼ਾਇਦ ਜਿਹੜੇ ਕੈਨੇਡੀਅਨ ਬੱਚੇ ਨੇ ਉਹਨਾਂ ਨੂੰ 18 ਤੋਂ ਬਾਅਦ ਪੇਰੈਂਟਸ ਤੋਂ ਦੂਰ ਜਾਣਾ ਪੈਂਦਾ, ਉਹਨਾਂ ਦੇ ਚੈਲੰਜਸ ਵੱਧ ਜਾਂਦੇ ਨੇ। ਤੁਸੀਂ ਤੇ ਸਾਡੇ ਕੋਲ ਹੀ ਰਹਿੰਦੇ ਹੋ, ਹਨਾ, ਤੇ ਅਸੀਂ ਤੁਹਾਨੂੰ ਬੇਬੀ ਕਰਦੇ ਹਾਂ, ਤੁਸੀਂ ਤੁਹਾਨੂੰ ਜਿੱਥੇ ਕਹਿੰਦੇ ਲੈ ਕੇ ਜਾਂਦੇ, ਤੁਹਾਨੂੰ ਐਂਜ਼ਾਈਟੀ ਕੀ। ਪਰ ਪਲੀਜ਼ ਜਿਹੜੀਆਂ ਵੀ ਬੀਬੀਆਂ ਭੈਣਾਂ ਮੇਰੀ ਇਹ ਦੇਖ ਰਹੀਆਂ ਨੇ ਪ੍ਰੋਗਰਾਮ, ਜਦੋਂ ਵੀ ਤੁਹਾਡਾ ਬੱਚਾ ਤੁਹਾਨੂੰ ਆ ਕੇ ਕਹਿੰਦਾ ਮੈਨੂੰ ਐਂਜ਼ਾਈਟੀ ਹੋ ਰਹੀ ਹੈ, ਪਲੀਜ਼ ਉਹਨੂੰ ਇਗਨੋਰ ਨਾ ਕਰੋ, ਉਹਨੂੰ ਹੈਲਪ ਕਰੋ, ਕਿਉਂਕਿ ਇਹੀ ਫਿਰ ਬਾਅਦ ਚ ਮੈਂਟਲ ਇਲਨੈਸ ਬਣ ਜਾਂਦੀ ਹੈ, ਇਹੀ ਡਿਪਰੈਸ਼ਨ ਚ ਚੇਂਜ ਹੁੰਦੀ ਹੈ, ਇਹਦੇ ਬੜੇ ਸਿੱਟੇ ਗਲਤ ਨਿਕਲਦੇ ਨੇ ਕਈ ਵਾਰੀ। ਸੋ ਬੇਟੇ ਕੈਰੀ ਔਨ। But auntie, I think it's also important that like mom felt the same way, right? That ਮੈਂ ਤੇ ਤੈਨੂੰ like ਆ ਵੀ ਦਿੱਤਾ, ਉਹ ਵੀ ਦਿੱਤਾ, that it's not that ਤੁਸੀਂ ਨਹੀਂ ਕਰਦੇ, it's not that I like ਸਾਨੂੰ ਵੀ ਪਤਾ that ਸਾਡੇ immigrant parents ਕਿੰਨਾ ਕੰਮ ਕਰਦੇ ਆ, right? But it's not that ਤੁਸੀਂ ਨਹੀਂ ਕੁਝ ਕੀਤਾ and that's why I'm like this. It's more that it's a medical issue. It's not that, oh, like, you know, ਤੁਸੀਂ ਮੇਰੇ ਲਈ provide ਨਹੀਂ ਕੀਤਾ. So don't ever feel guilty, right? It's not your fault. They basically, that sparked my Instagram page and I was like, okay, you know, nobody talks about this and I don't know why nobody's talking about it, because it's nobody's fault. कोई गलत चीज भी नहीं है, right? And minu raat nu, like, minu neend nahi aandi ever. I'm always awake, my brain is always active. And for so long I thought that it's okay, like everybody is stressed, everybody's always feeling like this. And then I started posting videos and giving advice that jadon minu neend nahi aandi, I like to do this, I like to go on walks, and that sparked the conversation. So from there, other Indian Punjabi people started messaging me and they're like, you know, first of all, thank you for talking, because sometimes we feel alone in our community because nobody's talking about, and if they do, they are snubbed. And so that started everything about the mental health. And then now currently I'm working with my local city council, because there was unfortunately a few school kids committed suicide, and the mayor and I were talking on Iminuachitasi, and I was like, you know, there's so much we can do to provide better resources just as a community. So now I'm working on a proposal on just chote initiatives, little things that are helpful, because sometimes I know that Karjao, sometimes you don't want to tell your parents, but if we have psychologists in school, then bache can share how they're feeling, what's going on at home, and we can prevent suicides and we can decrease mental illness stats. So that's my current project, trying to bring
things down and doing small things to help other people. ਸੋ ਜੇ ਮੇਅਰ ਨੂੰ ਕੰਟੈਕਟ ਤੁਸੀਂ ਆਪ ਕੀਤਾ ਸੀਗਾ? Apa Melisi at it was like a local little bake sale that was going on, and mom was like let's go, and we bumped into each other, and I started talking to him. I'm like, oh, my Western Jania, this is what I'm doing. If I can help your community in any way, let me know. And then that started. Yeah. ਦੇਖੋ ਇਹਨਾਂ ਨੇ ਜਦੋਂ ਕਿ ਆਪ ਉਸ ਚੀਜ਼ ਦੇ ਵਿੱਚ ਯੂ ਆਰ ਗੋਇੰਗ ਥਰੂ ਐਂਜ਼ਾਈਟੀ ਇਹਨਾਂ ਨੂੰ ਆਪ ਹੁੰਦੀ ਸੀਗੀ, ਐਂਡ ਇਟ ਇਜ਼ ਨੋਬਡੀਜ਼ ਫਾਲਟ ਕਿ ਕਿਉਂ ਹੁੰਦੀ ਹੈ, ਉਹਦਾ ਕੋਈ ਵੀ ਰੀਜ਼ਨ ਹੋ ਸਕਦਾ ਹੈਗਾ ਨਾ। ਫॉर ਯੂ ਇਟ ਵਾਜ਼ ਯੂ ਕੁਡਨਟ ਸਲੀਪ। ਮੇਰੇ ਨਾਲ ਵੀ ਇਹੀ ਪ੍ਰੋਬਲਮ ਹੈ ਕਿ ਵਾਰੀ ਸਵੇਰ ਦੇ 5 ਵੱਜ ਜਾਂਦੇ ਨੇ ਤੇ ਨੀਂਦ ਦਾ ਨਾਂ ਟਿਕਾਣਾ ਨਹੀਂ ਹੁੰਦਾ। ਜੇ ਮੈਂ ਸਿਮਰਨ ਨਾਲ ਗੱਲ ਕਰੀ ਸੀ, ਸਾਨੂੰ 4 ਘੰਟੇ ਜਾਂ 5 ਘੰਟੇ ਨੀਂਦ ਆ ਜੇ ਅਸੀਂ ਬੜਾ ਲੱਕੀ ਸੋਚਦੇ ਹਾਂ। That's a good day. ਅਸੀਂ ਕਈ ਵਾਰੀ 2-3 ਘੰਟੇ ਨੀਂਦ ਆਉਂਦੀ ਹੈਗੀ ਹੈ ਨਾ। ਇਹ ਕਈਆਂ ਦੇ ਵਿੱਚ ਇਹ ਚੀਜ਼ ਹੁੰਦੀ ਹੈ, ਐਂਡ ਉਹ ਕਿਉਂਕਿ ਤੁਹਾਡਾ ਮਨ ਕਿਸੇ ਚੀਜ਼ ਤੋਂ ਰੈਸਟਲੈਸ ਹੁੰਦਾ ਹੈ ਨਾ, ਤੇ ਉਹਦੇ ਕਰਕੇ ਹੁੰਦੇ। ਇਟ ਕੁਡ ਬੀ ਐਨੀਥਿੰਗ ਹੈ ਨਾ, ਕੋਈ ਤੁਹਾਡੀ ਪੜ੍ਹਾਈ ਦਾ ਇਸ਼ੂ ਜਾਂ ਤੁਸੀਂ ਸੋਚਦੇ ਜ਼ਿਆਦਾ ਹੋ ਜਾਂ ਕੁਝ ਵੀ ਹੈ ਨਾ। ਸੋ ਉਹ ਇਹਨਾਂ ਨੇ ਪੇਜ ਸ਼ੁਰੂ ਕੀਤਾ, ਉਹਦੇ ਵਿੱਚ ਬੱਚੇ ਤੁਹਾਨੂੰ ਕੰਟੈਕਟ ਕਰਦੇ ਨੇ। ਯੂ ਹੈਵ ਮੈਨੀ ਫਾਲੋਅਰਸ ਔਨ ਦੈਟ? Yeah, it's slowly growing. I have about 1.7K, so I'm slowly growing, and so many people message me that, you know, like I have ADHD, I have depression, but my parents don't understand. Any advice? What can you do? So obviously I'm not a professional, but I always try that I can help somebody so they don't feel alone. ਸੋ ਸਾਡੀ ਕਮਿਊਨਿਟੀ ਦੇ ਵਿੱਚ ਸਪੈਸ਼ਲੀ ਸਾਡੀ ਕਲਚਰ ਦੇ ਵਿੱਚ ਇਹਦੀ ਬਹੁਤ ਲੋੜ ਹੈਗੀ ਹੈ। ਸੋ ਜਦੋਂ ਮੈਂ ਸਿਮਰਨ ਨਾਲ ਗੱਲ ਕਰ ਰਹੀ ਸੀ, ਮੈਂ ਨਾਲ ਦੀ ਨਾਲ ਇਹ ਵੀ ਸੋਚ ਰਹੀ ਸੀ ਕਿ ਜਿਵੇਂ ਮੈਂ ਨਹੀਂ ਸਮਝਿਆ, ਕਿਰਨ ਨੇ ਵੀ, ਅਸੀਂ ਆਪਣੇ ਆਪ ਨੂੰ ਬਹੁਤ ਪੜ੍ਹੀਆਂ ਲਿਖੀਆਂ ਮਾਵਾਂ 'ਚ ਗਿਣਦੇ ਹਾਂ ਹਨਾ, ਐਂਡ ਜੇ ਅਸੀਂ ਨਹੀਂ ਇਹਨੂੰ ਐਕਸੈਪਟ ਕੀਤਾ ਤੇ ਹਾਊ ਡੂ ਯੂ ਐਕਸਪੈਕਟ ਅ ਨੋਰਮਲ ਜਿਹੜੇ ਬਹੁਤ ਜਿਨ੍ਹਾਂ ਦਾ ਐਕਸਪੋਜ਼ਰ ਨਹੀਂ ਹੈਗਾ ਮੈਡੀਕਲ ਦੇ ਵਿੱਚ ਜਾਂ ਜਿਨ੍ਹਾਂ ਦਾ ਹੋਰ ਚੀਜ਼ਾਂ ਦੇ ਵਿੱਚ ਨਹੀਂ, ਉਹ ਕਿਵੇਂ ਐਕਸੈਪਟ ਕਰਨਗੇ? ਇਹਦੇ ਬਾਰੇ ਪਹਿਲਾਂ ਤੇ ਵੀ ਹੈਵ ਟੂ accept this, we have to do awareness. So we would love ਕਿ ਤੁਸੀਂ ਸਾਡੇ ਵੀ ਜਿਵੇਂ ਉੱਥੇ ਟੋਟਨਹੈਮ ਦੇ ਮੇਅਰ ਨੂੰ ਮਿਲਿਓ, ਵੀ ਬਰੈਂਪਟਨ ਇਜ਼ ਦ ਮੇਨ ਸਾਡਾ ਜਿਹੜਾ ਗਾਰਡ ਪੰਜਾਬੀਆਂ ਦਾ ਹੈਗਾ ਹੈ ਨਾ। So we would love to have you there doing something on this project. ਤੇ ਵੀ ਖੁਸ਼ੀ ਹੋਏਗੀ। And Simran, you are made for big things, so I'm hoping ਕਿ ਤੁਸੀਂ ਬਰੈਂਪਟਨ ਦੇ ਵਿੱਚ ਵੀ ਬੱਚਿਆਂ ਲਈ ਰੋਲ ਮਾਡਲ ਬਣੋਗੇ ਜਾਂ ਕੁਝ ਵੀ ਕਰੋਗੇ। We will work on that going forward, ਹੈ ਨਾ। So already ਇੰਨੇ ਅੱਛੇ ਕੰਮ ਕਰ ਰਹੇ ਨੇ। ਇੱਕ ਹੁੰਦਾ ਕਿ ਬੰਦਾ ਆਪਣੀ ਬਿਮਾਰੀ ਨਾਲ ਆਪ ਲੜਦਾ ਹੈ, ਦੂਜਾ ਹੁੰਦਾ ਕਿ ਲੜਦੇ ਹੋਏ ਤੁਸੀਂ ਦੂਜਿਆਂ ਦੀ ਵੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਉਹ ਤੁਹਾਨੂੰ ਚੀਜ਼ਾਂ ਮੋਟੀਵੇਟ ਕਰਦੀਆਂ ਰਹਿੰਦੀਆਂ ਨੇ ਹਨਾ। ਸੋ ਬੇਟੇ ਤੁਸੀਂ ਫਿਰ ਇਹ ਸਿਮਰਨ ਸਿਰਫ ਪੜ੍ਹਦੇ ਹੀ ਨਹੀਂ, ਸਿਰਫ ਇਹੀ ਨਹੀਂ ਕਰਦੇ, ਬਹੁਤ ਕੁਝ ਕਰਦੇ ਨੇ ਹਨਾ। So you have another shauq, है ना? My shauq. I have a small business for baking, and Ovi, it was started when my mental health was at its worst. So ਮੈਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਸੀ। I would stay sometimes, ਜੇ ਮੈਨੂੰ 2-3 ਘੰਟੇ ਵੀ ਨੀਂਦ ਆਉਂਦੀ ਹੈ, ਮੈਨੂੰ next ਰਾਤ ਫਿਰ ਮੈਨੂੰ ਨੀਂਦ ਨਹੀਂ ਆਉਂਦੀ, and so it was really bad. And ਰਾਤ ਨੂੰ I started going to the kitchen and baking as a way to relieve stress. And ਸਾਰੇ ਜਦੋਂ ਸੌਂ ਜਾਂਦੇ ਆ, I love cooking and baking. That started, and then eventually मैं 2-3 boxes for free and we बनाते. And then some people were like, you know, Simran, business shuru kar, this is a good idea. So Horn, it's almost been 1 year, and I started Cravings Created, and now it's a small business. ਸੀ ਦੇਖੋ ਇਹਨਾਂ ਨੇ ਕਹਿੰਦੇ ਨੇ ਈਵਨ ਜਦੋਂ ਤੁਸੀਂ ਕਿਸੇ ਦੇ ਕੋਲ ਕਾਉਂਸਲਿੰਗ ਲਈ ਵੀ ਜਾਓ ਨਾ, when you are going through any mental issues, they say ਕਿ knitting ਕਰੋ। knitting ਚ ਕੀ ਹੁੰਦਾ ਕਿ you are building something ਹੈ ਨਾ, you are creating something. so baking ਦੇ ਵਿੱਚ ਵੀ ਤੁਸੀਂ ਆਟਾ ਚੁੱਕਿਆ, ਚੀਨੀ ਚੁੱਕੀ, ਘਿਓ ਚੁੱਕਿਆ, but you made a cake ਹੈ ਨਾ। you picked up strawberries but you dress them up in cake ਜਾਂ ਕਲਰਸ ਦੇ ਜਾਂ ਗੋਲਡ ਕਲਰ ਦੇ ਵਿੱਚ, ਉਹ ਇੱਕ ਡਿਫਰੈਂਟ ਚੀਜ਼ ਬਣ ਗਈ। ਸੋ ਜਦੋਂ ਤੁਸੀਂ ਕੁਝ ਬਣਾਉਂਦੇ ਹੋ ਨਾ, ਉਹ ਤੁਹਾਨੂੰ ਸੈਟੀਸਫੈਕਸ਼ਨ ਆਫ ਸ਼ਾਂਤੀ ਜੀ ਮਿਲ ਜਾਂਦੀ। ਤੁਹਾਨੂੰ ਲੱਗਦਾ ਹੈ ਕਿ ਤੁਸੀਂ
ਪੋਜ਼ਿਟਿਵਲੀ ਕੁਝ ਕਰ ਰਹੇ ਹੈਗੇ ਹੋ ਨਾ ਸੋ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਹੈਲਪ ਕਰਦੀਆਂ ਨੇ ਹਨਾ ਸੋ that helped you lot That helped me a lot. ਸੋ ਇਹ ਚੀਜ਼ਾਂ ਦੇਖੋ knitting ਕਰਨਾ ਸੈਰ ਲਈ ਜਾਣਾ ਬੇਕਿੰਗ ਕਰਨਾ ਸਫਾਈ Safai karni is my favorite thing. ਹਾਂ ਸਫਾਈ ਕਰ ਲੈਣੀ ਹੈ ਨਾ ਸੋ ਇਹਨਾਂ ਚੀਜ਼ਾਂ ਜਾਂ ਕਿਸੇ ਲਈ ਸੈਲਫਲੈਸਲੀ ਕੁਝ ਕਰ ਦੇਣਾ Yeah. is always good ਹੈ ਨਾ ਇਹਦੇ 'ਚ ਤੁਹਾਨੂੰ ਬਹੁਤ ਹੈਲਪ ਹੁੰਦੀ ਹੈ ਨਾ ਹਾਂ ਸੋ ਇਹਦੇ ਨਾਲ ਅੱਜ ਮੈਂ ਇਹ ਵੀ ਜ਼ਰੂਰ ਗੱਲ ਕਰਨਾ ਚਾਹਾਂਗੀ ਕਿ ਸਿਮਰਨ ਸਿਰਫ ਇੱਥੋਂ ਦੇ ਬੱਚਿਆਂ ਦਾ ਹੀ ਨਹੀਂ ਜਿਵੇਂ ਇਹਨਾਂ ਨੂੰ ਕੀਨੀਆ ਦੇ ਬੱਚਿਆਂ ਦਾ ਵੀ ਫਿਕਰ ਹੈ ਇਹਨਾਂ ਨੇ ਇੰਡੀਆ ਦੀਆਂ ਗਰਲਸ ਨੂੰ ਵੀ ਗੁੱਡ ਲਾਈਫ ਦੇਣਾ ਚਾਹੁੰਦੇ ਨੇ ਨਾਲ ਦੀ ਨਾਲ ਅੱਜ ਕੱਲ ਜਿਹੜਾ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਹੈ ਉਹਦੇ ਲਈ ਵੀ ਇਹ ਬਹੁਤ ਥਾਟਫੁਲ ਨੇ ਐਂਡ ਆਈ ਵੁੱਡ ਲਾਈਕ ਯੂ ਟੂ ਸ਼ੇਅਰ ਕਿ ਤੁਸੀਂ ਉਹਦੇ ਲਈ ਕੀ ਕਰਦੇ ਹੋ Okay, so farmers protest, I mean, I think Sara knew the pata, Hanji, right? India ch ki ho raha, and it's almost been 1 year, almost, Hanji, bilkul, hanji. summer ch shuru hoya Hanji, si, hanji. and again it came back to, you know, I'm sick, I'm Punjabi, it's in my blood, aap farm karde hain, right? So I know that my like Canada ch baithi hain, not in India, but I was like, what can I do? They, you know, Sade farmers, we feed the world. That sparked it, and I was like, okay, you know, I post about so many things. I should post about farmers' protest. And then it started off that. So now every couple of weeks I'm thinking, okay, last week main aa kita te aa trend bahut chal raha si aa week ki kara, what will keep the conversation alive? Because koi log te post karde hai that oh right now a trending topic right? But now it's like media is not covering it, coverage bhi thale ja rahi hai, log bhi nahi gal kar rahe. So I'm trying that my different cheezain karan to keep reminding alive, people that this is not some trend, this is still happening. Yes, the What can we protest do? is still on है ना Yeah. क्योंकि वो ਜਦੋਂ 26 ਜਨਵਰੀ ਤੋਂ ਬਾਅਦ it went downhill a little bit है ना and you turn ਲੈ ਲਿਆ ਪਰ it is still on and we still need so much need to support the farmers ਜਿਹੜਾ ਅਸਲੀ ਕਿਸਾਨ ਹੈ ਹਾਲੇ ਵੀ ਸੜਕਾਂ ਤੇ ਬੈਠਾ ਹੈ ਜਿਹੜੇ ਸਾਡੇ ਬਜ਼ੁਰਗ ਨੇ ਪਹਿਲਾਂ ਇੰਨੀ ਠੰਡ ਚੱਲੀ ਉਹਨਾਂ ਨੇ ਹੁਣ ਗਰਮੀਆਂ ਦੇ ਵਿੱਚ ਮੱਛਰ 'ਚ ਬੈਠੇ ਨੇ ਔਰ ਸਰਕਾਰ ਨੇ ਪਤਾ ਨਹੀਂ ਕਿੱਧਰ ਨੂੰ ਮੂੰਹ ਚੁੱਕਿਆ ਹੋਇਆ ਹੈਗਾ ਐਂਡ I think so everybody in the whole world can see ਕਿ it's going wrong way ਪਰ ਫਿਰ ਵੀ and so people started like moving away from the issue ਕਿਉਂਕਿ ਇਸ ਵੇਲੇ ਕਰੋਨਾ ਵੀ ਚੱਲ ਰਿਹਾ ਉਹਦੇ ਕਰਕੇ ਵੀ ਇਲੈਕਸ਼ਨਸ ਚੱਲ ਰਹੇ ਨੇ ਹੋਰ ਬਹੁਤ ਕੁਝ ਚੱਲ ਰਿਹਾ ਬਟ ਫਿਰ ਵੀ ਸਿਮਰਨ ਨੇ ਸੋਚਿਆ ਕਿ we need to keep You it have alive. to keep it united, So ਮੈਂ ਤੁਹਾਡੀ ਪੋਸਟ ਦੇਖੀ ਸੀ ਤੁਸੀਂ ਕਿਉਂਕਿ ਬੱਚੇ ਜਿਹੜੇ ਇੱਥੋਂ ਦੇ ਨਾ whatever is trending ਅੱਜ ਕੱਲ ਉਹ ਬਾਜਰੇ ਦਾ ਸਿੱਟਾ ਬੜਾ ਚੱਲ ਰਿਹਾ TikTok trend see it just transformation that koi trend see. And I was like, okay, main thoda wait karna, it should die down a little, and then main bhi karungi. But at the end, I want to raise awareness, right? Because bajre da seeta te sare farmers plant karte hai seeds. So I was like, okay, I'm gonna hold a sign at the end that says "No farmers, no food," and that did very well compared to like I have 1.7K followers, and that got 5 point something K views. So I was like, okay, horn menu pata lag gaya, like horn mai ki kara, how can I keep the conversation alive? ਹਾਂਜੀ ਹਾਂ Yeah. ਸੀ ਕਦੀ ਵੀ ਇਹ ਸੋਚ ਕਹਿੰਦੇ no act of kindness ever goes wasted doesn't matter how small it is ਤੁਸੀਂ ਇਹੀ ਸੋਚਿਆ ਕਿ this is trending ਮੈਂ ਐਂਡ ਦੇ ਵਿੱਚ ਇਹ ਕਰ ਲੂੰਗੀ but you got the most exposure on that ਹੈ ਨਾ ਸੋ ਕਦੀ ਵੀ ਇਹ ਸੋਚ ਕੇ ਨਾ ਕਰੋ ਕਿ ਜੇ ਮੈਂ ਨਹੀਂ ਕੀਤਾ ਤੇ ਸ਼ਾਇਦ ਫਰਕ ਨਹੀਂ ਪਏਗਾ ਜਾਂ ਮੈਂ ਕਿਉਂ ਕਰਾਂ ਮੇਰੇ ਨਾਲ ਕੀ ਫਰਕ ਪੈਣਾ ਹੈ every single effort counts every single voice counts matters है ना so ਹਮੇਸ਼ਾ ਜੇ ਆਲੇ ਦੁਆਲੇ ਕੁਝ ਗਲਤ ਹੁੰਦਾ ਦੇਖਦੇ ਹੋ ਬੋਲੋ ਜੇ ਤੁਹਾਨੂੰ ਕੁਝ ਠੀਕ ਲੱਗਦਾ ਉਹਨੂੰ ਐਪਰੀਸ਼ੀਏਟ ਕਰੋ ਪਰ ਜਿਵੇਂ ਕਿ ਸਿੱਖੀ ਦੇ ਵਿੱਚ ਹੈਗਾ ਇਨਜਸਟਿਸ ਦੇ ਲਈ ਆਲਵੇਜ਼ ਖੜੇ ਹੋਣਾ ਹੈ ਨਾ ਸੋ ਈਵਨ ਮੈਨੂੰ ਇੱਕ ਆਈ ਵੁੱਡ ਲਾਈਕ ਟੂ ਸ਼ੇਅਰ ਵਨ ਥਿੰਗ ਹੇਅਰ ਜੋ ਨਾਟ ਜੋ ਬਿਡਨ ਜਿਮ ਆਪਣੇ ਕੋਈ ਐਕਸ ਪ੍ਰੈਜ਼ੀਡੈਂਟ ਸੀਗੇ USA ਦੇ ਉਹਨਾਂ ਨੇ ਰਾਜੇਵਾਲ ਸਾਹਿਬ ਨੂੰ ਈਮੇਲ ਲਿਖੀ ਸੀ ਕਹਿੰਦੇ ਕਿ ਯੂ ਆਰ ਡੂਇੰਗ ਦ ਗੁੱਡ ਥਿੰਗ ਸਟੈਂਡਿੰਗ ਵਿਦ injustice and standing
ਅਪ ਅਗੇਂਸਟ ਦੈਟ। ਕਹਿੰਦੇ ਕਿ ਜੇ 60 ਕਰੋੜ ਯਹੂਦੀ ਨਾ ਮਰਦੇ ਜੇ 6 ਕਰੋੜ ਜਰਮਨ ਚੁੱਪ ਨਾ ਕਰਦੇ, ਜੇ ਉਹ ਚੁੱਪ ਕੀਤੇ, ਉਹਨਾਂ ਨੇ ਰੇਜ਼ ਨਹੀਂ ਵੌਇਸ ਕੀਤੀ ਇਸ ਦੇ ਖਿਲਾਫ, ਤਾਂ ਉਹ 60 ਕਰੋੜ ਲੋਕ ਮਾਰ ਦਿੱਤੇ ਗਏ ਸੀਗੇ ਗੈਸ ਛੱਡ ਕੇ, ਹਨਾ। ਸੋ ਇਹ ਜੇ ਉਹ 6 ਕਰੋੜ ਬੰਦਾ ਉਸ ਵੇਲੇ ਬੋਲਦਾ ਤਾਂ ਉਹ ਸ਼ਾਇਦ ਉਹ ਸੋਚਦਾ ਕਿ ਗਲਤ ਹੋ ਰਿਹਾ ਹੈ ਨਾ। ਹੁਣ ਜੇ ਕਿਸਾਨ ਜਾ ਕੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਤਾਂ ਮੋਦੀ ਦੇ ਕੰਨ ਥੱਲੇ ਜੂੰ ਤਾਂ ਰੇਂਗਦੀ ਹੋਏਗੀ ਨਾ। ਹੀ ਨੋਜ਼ ਵਾਟਸ ਹੈਪਨਿੰਗ, ਦੇ ਆਰ ਵਰੀਡ, ਹਨਾ। ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਹੋਇਆ ਸੀ ਉਹਨਾਂ ਨੇ, ਹਨਾ। ਸੋ ਇਹ ਨਾ ਸੋਚੋ ਕਿ ਅਸੀਂ ਤਾਂ ਛੋਟੇ ਜਿਹੇ ਕਿਸਾਨ ਆ, ਜਾਂ ਅਸੀਂ ਤੇ ਕੈਨੇਡਾ ਬੈਠੇ ਆ, ਜਾਂ ਅਸੀਂ USA ਬੈਠੇ ਆ, ਜਾਂ ਅਸੀਂ ਆਸਟ੍ਰੇਲੀਆ ਬੈਠੇ ਆ। ਜਿੱਥੇ ਵੀ ਬੈਠੇ ਹੋ, ਹਮੇਸ਼ਾ ਜੇ ਤੁਸੀਂ ਕੁਝ ਗਲਤ ਹੁੰਦਾ ਦੁਨੀਆ ਦੇ ਵਿੱਚ ਦੇਖਦੇ ਹੋ, ਉਹਦੇ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ। ਸੋ ਅਨਦਰ ਥਿੰਗ ਲਾਈਕ ਕੰਗ੍ਰੈਚੁਲੇਸ਼ਨਸ ਟੂ ਯੂ ਫॉर ਰੇਜ਼ਿੰਗ ਦੈਟ ਵੌਇਸ। ਐਂਡ ਮੈਂ ਦੇਖਦੀ ਹਾਂ ਕਿ ਯੰਗਸਟਰਸ ਨੂੰ ਜ਼ਿਆਦਾ ਕਰਨਾ ਚਾਹੀਦਾ, ਬਿਕਾਜ਼ ਟਵਿੱਟਰ ਦੇ ਵਿੱਚ ਵੀ ਡੋਂਟ ਹੈਵ ਸੋ ਮਚ ਪ੍ਰੈਜ਼ੈਂਸ, ਸਾਡੀ ਫੇਸਬੁੱਕ ਤੇ ਜ਼ਿਆਦਾ ਹੈ, ਹਨਾ। ਸੋ ਤੁਹਾਡੀ ਏਜ ਦੀ, ਐਂਡ ਉੱਥੇ ਕਈ ਵਾਰੀ ਮਾਰ ਖਾ ਜਾਂਦੇ ਆ। ਸੋ ਯੂ ਡੂ ਲੋਟ ਆਫ like you can see what is trending, not trending, because I don't know how to see that. So ਜਦੋਂ ਕਈ ਵਾਰੀ ਬੱਚੇ ਐਵੇਂ ਦੀਆਂ ਟੈਕਨੀਕਲ ਗੱਲਾਂ ਕਰਦੇ ਨੇ, ਸਿਰ ਤੋਂ ਲੰਘ ਜਾਂਦੀਆਂ ਨੇ। ਬਟ ਥੈਂਕ ਯੂ ਫॉर ਲਾਈਕ ਮੈਂ ਦੇਖਦੀ ਆ ਜਦੋਂ ਵੀ ਜਾਈਦਾ, ਤੁਸੀਂ ਜਿਹੜੇ ਯੰਗ ਜਨਰੇਸ਼ਨਸ, ਉਹਨਾਂ ਨੇ ਬਹੁਤ ਕੁਝ ਸ਼ੇਅਰ ਕੀਤਾ ਹੁੰਦਾ ਹੈ। ਸੋ ਇੱਥੇ ਫੇਰ ਟਾਈਮ ਹੋ ਗਿਆ ਬ੍ਰੇਕ ਲੈਣ ਦਾ, ਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਅਸੀਂ ਸਿਮਰਨ ਦੇ ਨਾਲ ਇਦਾਂ ਹੀ ਸੋਹਣੀਆਂ ਸੋਹਣੀਆਂ ਗੱਲਾਂ ਕਰਾਂਗੇ ਤੇ ਇਨਸਪਾਇਰ ਹੋਵਾਂਗੇ। ਲੈਂਦੇ ਆ ਇੱਕ ਛੋਟੀ ਜਿਹੀ ਬ੍ਰੇਕ। Dad, when are you going to get the roof fixed? It's been leaking. ਬੇਟਾ ਅੱਜ ਹੀ 911 ਰੂਫਿੰਗ ਵਾਲਿਆਂ ਨੂੰ ਕਾਲ ਕੀਤੀ ਆ। ਭਾਵੇਂ ਘਰਾਂ ਦੀਆਂ ਛੱਤਾਂ ਬਦਲਾਉਣੀਆਂ ਹੋਣ, ਗਟਰ ਇੰਸਟਾਲ ਕਰਾਉਣੇ ਹੋਣ, ਕਮਰਸ਼ੀਅਲ ਰੂਫਿੰਗ ਹੋਵੇ, ਐਟਕ ਇਨਸੂਲੇਸ਼ਨ ਹੋਵੇ, ਪੂਰਾ ਤਸੱਲੀ ਬਖਸ਼ ਕੰਮ ਕਰਦੇ ਨੇ। ਐਮਰਜੈਂਸੀ ਰਿਪੇਅਰ ਜੌਬ ਲਈ ਇੱਕੋ ਇੱਕ ਨਾਂ, ਜੀ ਹਾਂ, 911 ਰੂਫਿੰਗ। ਦੋਸਤੋ ਵਿਜ਼ਿਟ ਕਰ ਸਕਦੇ ਹੋ 911roofing.com ਜਾਂ ਕਾਲ ਕਰੋ 734 304 0090 734 304 0090 911 ਰੂਫਿੰਗ। ਕੀ ਗੱਲ ਮੁੰਡਿਆ, ਬੜਾ ਉਦਾਸ ਜਿਹਾ ਬੈਠਾ? ਕੀ ਦੱਸਾਂ, ਮੇਰਾ ਤਾਂ ਅੱਜ ਫੇਰ ਲੋਡ ਕੈਨਸਲ ਹੋ ਗਿਆ। ਬਸ ਇੰਨੀ ਕੁ ਗੱਲ, ਹੁਣੇ BTS ਕੈਰੀਅਰ ਇੰਕ ਉੱਤੇ ਚੱਲ। ਉਹਨਾਂ ਨੂੰ ਜ਼ਰੂਰਤ ਹੈ ਓਨਰ, ਆਪਰੇਟਰਸ ਅਤੇ ਟਰੱਕ ਡਰਾਈਵਰਸ ਦੀ। Come on by here and see us at BTS. We're always hiring professional drivers. We offer great pay, a dedicated team of dispatchers, and all new equipment. ਜੀ ਹਾਂ, ਤੁਸੀਂ ਚੰਗੀ ਮਾਈਲੇਜ ਦੇ ਨਾਲ ਬਹੁਤ ਵਧੀਆ ਡਾਲਰ ਕਮਾ ਸਕਦੇ ਹੋ। ਤੁਸੀਂ ਕਾਲ ਕਰਨੀ ਆ ਰਸਟੀ ਸੇਖੋਂ ਉਹਨਾਂ ਨੂੰ 734 737 0441 ਉੱਤੇ। ਜੀ ਹਾਂ, 734 737 0441 ਉੱਤੇ ਤੁਸੀਂ ਰਸਟੀ ਸੇਖੋਂ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਜਾਂ ਵਿਜ਼ਿਟ ਕਰੋ btscareers.com। ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ। ਜਿਵੇਂ ਅਸੀਂ ਸਿਮਰਨ ਦੇ ਨਾਲ ਪਹਿਲਾਂ ਗੱਲਾਂ ਕਰ ਰਹੇ ਸੀ, ਇਹਨਾਂ ਨੇ ਬਹੁਤ ਹੀ ਆਪਣੇ ਜੀਵਨ ਦੇ ਵਿੱਚੋਂ ਜਿਹੜੇ ਇਹਨਾਂ ਦੇ ਬੜੇ ਵੈਲਿਊਏਬਲ ਮੂਮੈਂਟਸ ਨੇ ਜਾਂ ਇਹਨਾਂ ਦੇ ਥਾਟਸ ਨੇ ਸ਼ੇਅਰ ਕੀਤੇ ਕਿ ਕਿੱਦਾਂ ਇਹ ਅੱਜ ਜੋ ਸਿਮਰਨ ਨੇ, ਜਿਨ੍ਹਾਂ ਨੂੰ ਕਿ ਅਸੀਂ ਹੋਸਟ ਕਰ ਰਹੇ ਹਾਂ, ਕਿਉਂਕਿ ਇਹਨਾਂ ਨੇ ਬੜੀਆਂ ਅਚੀਵਮੈਂਟਸ ਆਲਰੇਡੀ ਐਡੀ ਛੋਟੀ ਉਮਰ ਦੇ ਵਿੱਚ ਕਰ ਲਈਆਂ ਹੋਈਆਂ ਨੇ, ਹਨਾ। ਸੋ ਵੀ ਵਾਂਟ ਬੇਟੇ ਕਿ ਜਿਵੇਂ ਤੁਹਾਡੀ ਲਾਈਫ ਹੈਗੀ ਹੈ, ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਜਿਹੜਾ ਆਪਣਾ ਯੂਥ ਹੈ, ਸਪੈਸ਼ਲੀ ਆਪਣੀਆਂ ਯੰਗ ਗਰਲਸ ਨੇ, ਬਹੁਤ ਤੇ ਤੁਹਾਡੇ ਵਾਂਗਰ ਫੋਕਸਡ ਵੀ ਨੇ, ਬਟ ਜਿਹੜੀ ਮੈਜੋਰਿਟੀ ਹੈ, ਮੈਨੂੰ ਕਈ ਵਾਰੀ ਲੱਗਦਾ ਹੈ ਕਿ ਦੇ ਆਰ ਲੋਸਟ। ਸੋ ਉਹਦੇ ਬਾਰੇ ਤੁਸੀਂ ਕੀ ਸ਼ੇਅਰ ਕਰਨਾ ਚਾਹੋਗੇ? ਵਾਟ ਆਰ ਯੂਰ ਵਿਊਜ਼? ਬਿਕਾਜ਼ ਅਸੀਂ ਤਾਂ ਉਹਨਾਂ ਨੂੰ ਬਾਹਰੋਂ ਦੂਰੋਂ ਦੇਖਦੇ ਹਾਂ, ਹਨਾ। ਵੀ ਓਨਲੀ ਕਮ ਇਨ ਟੂ ਕੰਟੈਕਟ ਵਿਦ ਫਿਊ, ਪਰ ਤੁਹਾਡੇ ਫੇਸਬੁੱਕ ਤੇ ਜਾਂ ਤੁਹਾਡੇ ਪੇਜਸ ਤੇ ਮੋਸਟਲੀ ਤੇ ਐਵੇਂ ਦੇ ਬੱਚੇ ਹੋਣਗੇ। ਸੋ ਵਾਟ ਡੂ ਯੂ ਥਿੰਕ ਐਂਡ ਹਾਊ ਕੈਨ ਵੀ ਇਨਸਪਾਇਰ them? I think that ਸਾਡੀ like society ਦੇ ਅੰਦਰ sometimes we're so focused that, you know, I want to look perfect. ਜਿੱਦਾਂ ਕੁੜੀਆਂ music video ਚ ਲੱਗਦੀਆਂ, I want to look like that. And sometimes it's a little unrealistic, right? And it becomes unhealthy that, you know, ਮੈਂ ਜਿੱਦਾਂ Katrina Kaif ਲੱਗਦੀ ਆ, ਮੈਂ ਵੀ Katrina Kaif ਬਣਨਾ, right? So that's sometimes bad because
with social media, you can't tell that what is real, what is fake. So I always try on my page that ਜਿੱਦਾਂ ਮੈਂ ਲੱਗਦੀ ਹਾਂ, that's how it is. I don't want to edit the picture too much. I don't want somebody to look at me and say, wow, like, you know, Simran is perfect. Simran has everything, because that's not real, that's right? not real. Everybody has challenges. Everybody has problems. Nobody's skin is super clear, right? Everybody filters, wears makeup and stuff. So I always try to urge, especially young girls, that don't compare yourself to an edited Punjabi actress. Don't compare yourself to Rihanna and all those people that have so much money. It's not real. It's very unrealistic. And on my page, I always try that this is how much makeup I wear. This is how much makeup I wear. I'm not gonna put too much on, because I don't ever want somebody to look at me and think, oh, she's so perfect. Because that's the mindset that we have to change, and that's the mindset we have to shift from. ਇਹਨਾਂ ਨੇ ਬੜੀ ਅੱਛੀ ਗੱਲ ਕਹੀ ਹੈ ਕਿ we want to look perfect and we are not perfect, ਹੈ ਨਾ? Nobody is, ਹੈ ਨਾ? ਸੋ ਇੱਕ ਮੈਂ ਕੱਲ ਹੀ ਦੇਖ ਰਹੀ ਸੀ ਕਿਸੇ ਦੀ ਇੰਟਰਵਿਊ ਬੇਟੇ, ਉਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ nobody is perfect, so we can make changes. ਕੋਈ ਆਪਣੀ ਨੋਜ਼ ਜੌਬ ਕਰਾ ਰਿਹਾ ਹੈ, ਕੋਈ ਆਪਣੀ ਲਿਪਸ ਨੂੰ ਕੁਝ ਕਰਾ ਰਿਹਾ ਹੈ, ਕੋਈ ਆਈਜ਼ ਨੂੰ ਅਪਲਿਫਟ ਕਰਾ ਰਿਹਾ ਹੈ, ਪਤਾ ਨਹੀਂ। ਜਦੋਂ ਤੁਸੀਂ ਗੱਲਾਂ ਕਰੋ, there is so much in the market, ਬਟ ਮੈਂ ਕਹਿੰਦੀ ਹਾਂ ਕਿ ਜਿਵੇਂ ਰੱਬ ਨੇ ਤੁਹਾਨੂੰ ਬਣਾ ਕੇ ਭੇਜ ਦਿੱਤਾ ਹੈ, that is the most beautiful thing, ਹੈ ਨਾ? ਬਿਕਾਜ਼ ਉਹਨੇ ਤੁਹਾਨੂੰ ਰੱਬ ਨੇ ਉੱਦਾਂ ਬਣਾਇਆ, ਹੈ ਨਾ? ਸੋ ਕੈਰੀ ਇਟ ਵਿਦ pride, be proud. ਠੀਕ ਹੈ, ਮੇਕਅਪ ਲੜਕੀਆਂ ਨੂੰ ਅੱਛਾ ਲੱਗਦਾ ਹੈ। ਮੈਨੂੰ ਆਈ ਐਮ ਅ ਵੈਰੀ ਬਿਗ ਫੈਨ ਆਫ ਮੇਕਅਪ, jewelry and clothes, ਹੈ ਨਾ? ਬਟ ਆਈ ਸੀ ਯੂ ਆਰ not wearing any makeup, ਹੈ ਨਾ? Very light, always very light. When you were talking, I was looking at you, but that's very unnormal today. ਤੁਸੀਂ ਅੱਜ ਕੱਲ੍ਹ ਦੀਆਂ ਬੱਚੀਆਂ ਨੂੰ ਦੇਖੋ, ਇਟਸ ਲਾਈਕ ਜਿਵੇਂ ਹਾਈ ਸਕੂਲ 'ਚ ਚਲੇ ਜਾਓ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਾਲੀਵੁੱਡ ਹਾਲੀਵੁੱਡ ਫਿਲਮ ਦੇ ਕੱਪੜੇ ਉਹ ਉਵੇਂ ਦੇ ਪਾਉਂਦੇ ਨੇ, ਹੈ ਨਾ? ਸੋ ਇੱਕ ਜਿਹੜੀ ਇਹ ਚੀਜ਼ ਹੈਗੀ ਹੈ ਕਿ ਵੀ ਇੱਕ ਦੋਸਤੀ ਨਹੀਂ ਹੈਗੀ ਅੱਜ ਕੱਲ੍ਹ, ਇੱਕ ਜਿਹੜਾ ਪੇਰੈਂਟਸ ਦੇ ਨਾਲ ਉਹ ਜਿਹੜਾ bond ਜਿਹੜਾ ਤੁਹਾਡਾ ਹੈਗਾ, do you see that a lot in young kids these days? It's rare. It's very rare. I think on study generations, it's always a competition. Who's prettiest, who's smartest, who's fittest, and that comes back to like mental health, right? That's why our mental health is so bad, because sara din te aapa compare hi kari jana sare de naal, and that's wasn't there when we were growing up. And now it's there, and I'm guilty of it too. I had a phase where I was like, I'm not leaving the house, I have to have makeup on, which is so bad for your mental health to think like that, because you know you should be proud of your skin, like you were saying. And sometimes I still am guilty. I still think that, oh, like aj vi swere I was like, I don't know, something is off. I don't know, my makeup nahi apna sona kita aj. And it's just when you feed your brain negative thoughts, then you're going to be stuck in negativity, right? You have to feed them positive. And I think it comes back to our parents, and I urge all parents to tell their kids that no, you don't need makeup. You're pretty. Jinnah, how Vaiguru's made you is perfect. Don't feel like you have to compete. ਤੇ ਇੱਕ ਗੱਲ ਹੋਰ ਹੈਗੀ ਹੈ ਜਿਹੜੀ ਕਿ ਅੱਜ ਕੱਲ ਮੈਂ ਵੀ ਕਈ ਬੱਚਿਆਂ ਨਾਲ ਗੱਲ ਕਰਦੀ ਹੈਗੀ ਆ, ਹਨਾ? ਤੇ ਜਿਵੇਂ ਤੁਸੀਂ ਸਿਮਰਨ ਦੀ ਜਦੋਂ ਵੀ ਗੱਲ ਸੁਣਦੇ ਹੋ ਕਿ ਕਿੰਨੀ ਵਾਰ ਇਹਨਾਂ ਨੇ ਮੈਂਸ਼ਨ ਕੀਤਾ, ਆਈ ਟਾਕ ਟੂ ਮਾਈ ਮਮ, ਆਈ ਵੈਂਟ ਟੂ ਮਾਈ ਮਮ ਫॉर द ਐਡਵਾਈਸ, ਜਾਂ ਮੇਰੇ ਮਮ ਨੇ ਇਹ ਕਿਹਾ, ਹੈ ਨਾ? ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਬਹੁਤ ਜ਼ਰੂਰੀ ਹੈਗੀ ਹੈ ਨਾ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬੱਚੀਆਂ ਆਪਣੇ ਮਾਂ ਪਿਓ ਤੋਂ, ਖਾਸ ਕਰਕੇ ਮਾਵਾਂ ਤੋਂ ਹਾਈਡ ਕਰ ਲੈਂਦੀਆਂ ਨੇ, ਹੈ ਨਾ। ਕਹਿੰਦੇ ਇਫ ਯੂਰ ਮਮ ਇਜ਼ ਯੂਰ ਬੈਸਟ ਫਰੈਂਡ ਯੂ ਡੋਂਟ ਨੀਡ anybody else, because that's the best, ਕਿਉਂਕਿ ਤੁਹਾਡੀ ਮਮ ਤੋਂ ਜ਼ਿਆਦਾ ਤੁਹਾਡੇ ਫੇਵਰ ਵਿੱਚ ਕੋਈ ਨਹੀਂ ਸੋਚ ਸਕਦਾ ਹੈਗਾ ਨਾ। ਸੋ ਮੇਰੀ ਬੇਟੀ ਦੀਆਂ ਫਰੈਂਡਸ ਜਦੋਂ ਮੇਰੀ ਬੇਟੀ ਗਰੂ ਅਪ, ਹੈ ਨਾ, ਸੋ ਆਈ ਵਾਂਟਡ ਟੂ ਨੋ ਐਵਰੀਥਿੰਗ ਅਬਾਊਟ ਹਰ ਕਿ ਕਿੱਥੇ ਜਾ ਰਹੀ। ਮੈਨੂੰ ਰੋਕਦੀ ਨਹੀਂ ਹੁੰਦੀ ਸੀ। ਦੇਖੋ ਬੱਚਿਆਂ ਨੇ ਪਾਰਟੀ ਵੀ ਕਰਨੀ ਹੈ, ਬੱਚਿਆਂ ਨੇ ਕੱਪੜੇ ਵੀ ਪਾਉਣੇ ਨੇ, ਉਹਨਾਂ ਨੇ ਡਿਫਰੈਂਟ ਚੀਜ਼ਾਂ ਐਕਸਪਲੋਰ ਕਰਨੀਆਂ ਨੇ, ਬਟ ਉਹ ਇੱਕ ਬੌਂਡ ਬਣਾ ਕੇ ਰੱਖੋ ਆਪਣੀਆਂ ਬੱਚਿਆਂ ਦੇ ਨਾਲ ਕਿ ਤੁਹਾਨੂੰ ਸਾਰਾ ਕੁਝ ਦੱਸਣ। it's so important, because ਜਦੋਂ ਆਪਾਂ ਡਰਦੇ ਹਾਂ ਫਿਰ ਆਪਾਂ ਖੋਲ ਕੇ ਹਾਈਡ ਕਰਦੇ ਹਾਂ, ਦੱਸਦੇ ਨਹੀਂ ਆ,
and again it's ਫਿਰ not ਅਸੀਂ good. ਸਿਚੁਏਸ਼ਨਸ ਦੇ ਵਿੱਚ Yeah, ਫਸ and ਜਾਂਦੇ then ਹਾਂ। mental health wise it's so bad. So ਜਿੰਨਾ share karo, it's always better, right? Because ਜਦੋਂ ਹੁਣ ਮੈਂ ਬਾਹਰ ਜਾਨੀ ਆ, I tell mom I'm ਇਹਦੇ ਨਾਲ ਆ, ਇੱਥੇ ਆ, FaceTime ਕਰਨਾ, FaceTime ਕਰ ਲਓ, like it's okay. And that's because mom is also worked on make me your best friend, Simran, right? And now I always tell everybody that mom is my best friend. ਹਾਂ ਬਿਲਕੁਲ। ਐਂਡ ਜਦੋਂ ਇਹ ਗੱਲ ਕਰ ਰਹੇ ਨੇ, ਆਈ ਐਮ ਸੋ ਪ੍ਰਾਊਡ ਆਫ ਦ ਸੇਮ ਫੈਕਟ ਕਿ ਆਈ ਐਮ ਮਾਈ ਡਾਟਰਸ ਬੈਸਟ ਫਰੈਂਡ, ਹੈ ਨਾ। Yeah. ਤੇ ਐਂਡ ਮੇਰੀ ਵੀ ਮੇਰੇ ਮਮ ਦੇ ਨਾਲ ਬਹੁਤ ਦੋਸਤੀ, ਮੇਰੀ ਸਿਸਟਰਸ ਦੇ ਨਾਲ ਬਹੁਤ ਦੋਸਤੀ ਹੈਗੀ ਹੈ। ਜੇ ਮੇਰੀ ਛੋਟੀ ਸਿਸਟਰ ਹੈ, ਮੈਂ ਮਤਲਬ ਸ਼ੀ ਨੋਜ਼ ਐਵਰੀਥਿੰਗ ਅਬਾਊਟ ਮੀ, ਹੈ ਨਾ। ਆਈ ਹੈਵ ਬਿਊਟੀਫੁਲ ਵੈਰੀ ਨਾਈਸ ਫਰੈਂਡਸ, ਪਰ ਉਹ ਚੈਰੀ ਔਨ ਟੌਪ ਨੇ, ਹੈ ਨਾ। Yeah. ਪਰ ਜਿਹੜੇ ਦੋਸਤ ਤੁਹਾਨੂੰ ਮਿੱਤਰ ਮਿਲਦੇ ਨੇ, ਇਹਨਾਂ ਨੂੰ ਵੀ ਇੰਜੋਏ ਕਰੋ। ਪਰ ਜਿਹੜਾ ਬੈਸਟ ਐਡਵਾਈਸ ਲਈ ਜੋ ਤੁਹਾਡੇ ਪੇਰੈਂਟਸ ਤੁਹਾਨੂੰ ਜਾਂ ਮਮ ਕਰ ਸਕਦੇ, ਕੋਈ ਵੀ ਨਹੀਂ ਕਰ ਸਕਦਾ। ਕਈ ਵਾਰੀ ਮੈਂ ਦੇਖਦੀ ਹਾਂ ਕਿ ਫਾਦਰ ਸਟ੍ਰਿਕਟ ਹੁੰਦੇ ਨੇ, ਜਾਂ ਉਹਨਾਂ ਦੇ ਵਿੱਚ ਉਹ ਕਈ ਵਾਰੀ ਉਹਨਾਂ ਦੇ ਅਲੱਗ ਇਸ਼ੂਜ਼ ਹੁੰਦੇ ਨੇ, ਹੈ ਨਾ। ਬੜੇ ਤਰ੍ਹਾਂ ਦੇ ਆਪਣੀ ਕਮਿਊਨਿਟੀ ਦੇ ਵਿੱਚ ਇਸ਼ੂਜ਼ ਨੇ, ਪਰ ਆਪਣੇ ਮਮ ਨੂੰ ਜ਼ਰੂਰ ਦੱਸੋ। ਠੀਕ ਟਾਈਮ ਤੇ ਠੀਕ ਤਰ੍ਹਾਂ ਦੇ ਨਾਲ ਤੁਹਾਡੇ ਫਾਦਰ ਨੂੰ ਜ਼ਰੂਰ ਦੱਸ ਦੇਣਗੇ, ਪਰ ਇਹ ਨਾ ਹੋਏ ਕਿ ਤੁਹਾਡੇ ਨਾ ਮਮ ਨੂੰ ਪਤਾ ਹੈ ਨਾ ਡੈਡ ਨੂੰ ਪਤਾ ਹੈ, Yeah. ਹਨਾ। Yeah. ਸੋ ਮੌਮਸ ਦੇ ਨਾਲ, ਔਰ ਮੈਂ ਇਹ ਅਰਜ ਬੀਬੀਆਂ ਭੈਣਾਂ ਨੂੰ ਵੀ ਕਰੂੰਗੀ, ਜਦੋਂ ਤੁਹਾਡੀ ਬੇਟੀ ਆ ਕੇ ਕਹਿੰਦੀ ਮੈਂ ਪਾਰਟੀ ਤੇ ਜਾਣਾ ਹੈ ਜਾਂ ਮੈਂ ਫਲਾਣਾ ਕੱਪੜਾ ਲੈਣਾ ਜਿਹਨੂੰ ਤੁਸੀਂ ਨਹੀਂ ਅਪਰੂਵ ਕਰਦੇ, ਤਾਂ ਉਹ ਜ਼ਰੂਰ ਉਹਨਾਂ ਨੂੰ ਕਰਨ ਦਿਓ, ਕਿਉਂਕਿ ਉਹਨਾਂ ਦੀ ਉਮਰ ਹੈ, ਉਹਨਾਂ ਨੇ ਆਪਣੀਆਂ ਗਲਤੀਆਂ ਤੋਂ ਵੀ ਸਿੱਖਣਾ ਹੈਗਾ। Yeah. ਲੈਟ them make those like blunder mistake na Yeah. karan do, but let them do those mistakes, है ना। Yeah. So what do you feel about that? Same thing that you've said. So ਜਦੋਂ ਮੈਨੂੰ like ਕੁਝ ਹੁੰਦਾ ਆ, I'm stressed, I'm anxious, I have a problem, first person I call is mom. Mom is on the top of my favorites List. caller list, because I have to talk to my mom. And like my London friends at university, they always say, "Tu kinni bari apni mom nu phone kardi hai?" Right? But it's like I have that bond that ਜਦੋਂ ਮੈਨੂੰ ਕੁਝ stress ਹੋਵੇ, I have to talk to mom, because mom is that one person that's gonna be like, okay, ਗਲਤੀ ਤੇ ਤੂੰ ਕੀਤੀ ਆ, but ਹੁਣ this is how you can fix it. And I don't think anybody gives better advice than a mom. ਹਾਂ ਬਿਲਕੁਲ, ਕਿਉਂਕਿ ਇੱਕ ਮਮ ਹੈਗੀ ਹੈ ਜਿਹੜੀ ਕਿ ਤੁਹਾਨੂੰ ਕਦੀ ਵੀ ਹਰਟ ਹੁੰਦੇ ਨਹੀਂ ਦੇਖਣਾ ਚਾਹੁੰਦੇ, ਹੈ ਨਾ। ਤੇ ਉਹਨਾਂ ਕੋਲ ਲਾਈਫ ਐਕਸਪੀਰੀਅੰਸ ਵੀ ਹੈਗਾ। ਸ਼ੀ ਵਾਜ਼ ਅ ਯੰਗ ਗਰਲ ਲਾਈਕ ਯੂ ਐਟ ਵਨ ਪੁਆਇੰਟ। ਸ਼ੀ ਅੰਡਰਸਟੈਂਡਸ ਕਿ ਵੀ ਮੈਂ ਜ਼ਿੰਦਗੀ ਜੀ ਹੈ, ਇੰਨੇ ਵੀ ਬੇਟੀ ਨੇ ਵੀ ਜੀਣੀ ਹੈ। ਸੋ ਇਹ ਬੜੀ ਇੱਕ ਇੰਪੋਰਟੈਂਟ ਚੀਜ਼ ਹੈ। ਸੋ ਜਿੱਥੇ ਅਸੀਂ ਇੰਨੇ ਗੁਣ ਅੱਜ ਸਿਮਰਨ ਤੋਂ ਲੈਣੇ ਨੇ, ਉੱਥੇ ਮੈਂ ਚਾਹਾਂਗੀ ਕਿ ਮਾਵਾਂ ਤੇ ਧੀਆਂ, ਜੇ ਤੁਸੀਂ ਧੀ ਹੋ ਤਾਂ ਆਪਣੀ ਮਾਂ ਦੇ ਨਾਲ ਦੋਸਤੀ ਬਣਾਓ, ਜੇ ਤੁਸੀਂ ਮਾਂ ਹੋ ਤਾਂ ਆਪਣੀ ਧੀ ਦੇ ਨਾਲ ਉਹ ਦੋਸਤੀ ਵਾਲਾ ਬੌਂਡ ਜ਼ਰੂਰ ਕ੍ਰੀਏਟ ਕਰੋ। ਇਹ ਬਹੁਤ ਹੀ ਜ਼ਰੂਰੀ ਹੈ ਸਾਡੀ ਸੁਸਾਇਟੀ ਵਾਸਤੇ, ਤੇ ਇਹਦੇ ਨਾਲ ਕਿੰਨੀ ਚੀਜ਼ਾਂ ਸੋਲਵ ਹੋ ਜਾਣਗੀਆਂ। ਮੈਂਟਲ ਹੈਲਥ issue will be solved to so much extent if we do that, है ना। ਤੇ ਹੋਰ ਬੇਟੇ, like who's your role model? ਹੁਣ ਤੱਕ ਤੇ ਵੈਸੇ ਸਾਰਿਆਂ ਨੂੰ ਪਤਾ ਲੱਗ I'm sure ਸਾਰਿਆਂ ਨੂੰ ਪਤਾ ਲੱਗ ਗਿਆ, it's 100% mom. Like ਮੈਂ ਤੈਨੂੰ ਕੱਲ ਵੀ ਦੱਸ ਰਹੀ ਸੀ that if I can be half as amazing as my mom, I've made it in life. I always tell mom that mom, you're a superwoman, because all of my morals, everything comes from mom. And every mom always says, you know, like sometimes even when I feel down, she's like, you know, ਉੱਠ ਜਾ, ਪੰਜਾਬੀ ਆ, ਉੱਠ ਜਾ, ਕਰ ਲਾ, like you can do it. And you know, ਆ ਤੇਰੇ ਤੇ ਖੂਨ ਦੇ ਅੰਦਰ ਆ, her motivation is so funny. But she's the one person that will always push me to joy karna, have pure intentions, don't hurt anybody, and do whatever makes you happy. ਹਾਂਜੀ, ਸੀ ਆਪਾਂ ਨੂੰ ਦੇਖੋ ਕਿਉਂ ਨੇ ਇਹਨਾਂ ਦੇ ਮਮ ਰੋਲ ਮਾਡਲ, ਕਿਉਂਕਿ ਦੇਖੋ ਪਹਿਲਾਂ ਤੇ ਉਹ ਆਪ ਇੱਕ ਬਹੁਤ ਅੱਛੀ ਪੋਜੀਸ਼ਨ ਤੇ ਨੇ, ਵੈਰੀ ਹਾਈ, ਹੈ ਨਾ। ਤੇ ਦੈਨ ਸ਼ੀ ਇਜ਼ ਮੋਟੀਵੇਟਿੰਗ ਅਦਰਸ, ਤੇ ਫਿਰ ਤੁਹਾਨੂੰ ਵੀ ਉਹਨਾਂ ਨੇ ਕਦੀ ਫੋਰਸ ਨਹੀਂ ਕੀਤਾ ਹੈਗਾ ਕਿਸੇ ਚੀਜ਼ ਲਈ। ਸੋ ਮੈਂ ਇੱਕ ਵਾਰੀ, ਮੈਨੂੰ ਵੀ ਇੱਕ ਟੀਵੀ ਤੇ ਜਾਣ ਦਾ ਮੌਕਾ ਮਿਲਿਆ ਸੀਗਾ, ਤੇ ਮੈਨੂੰ ਉੱਥੇ ਪੁੱਛਿਆ ਗਿਆ ਸੀ ਸਵਾਲ, ਤੇ ਮੈਂ ਇਹੀ ਕਿਹਾ ਸੀ, ਮੈਂ ਇੱਕ ਕਾਮਯਾਬ ਔਰਤ ਤਾਂ ਹਾਂ ਜੇ ਮੈਂ ਦੇਖਾਂ ਕਿ ਜਦੋਂ ਮੇਰੀ ਬੇਟੀ ਇਸ ਉਮਰ 'ਚ ਹੋਵੇ, ਤੇ ਆਰ ਯੂ ਹੈਪੀ that she is there where you are today, then you are ਤੁਸੀਂ ਫਿਰ ਇੱਕ ਸਕਸੈਸਫੁਲ ਔਰਤ ਹੋ, ਹੈ ਨਾ। ਸੋ ਜੇ ਤੁਹਾਡੇ ਮਮ, when you are as old as your mom is today and you are there, she is going to be very happy. ਮੈਂ ਬਹੁਤ ਕਾਮਯਾਬ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ, ਪਰ ਫਿਰ ਵੀ ਮੈਂ ਸੋਚਦੀ ਹਾਂ
ਕਿ ਜਿੱਥੇ ਅੱਜ ਮੈਂ ਹੈਗੀ ਆ, ਜੇ ਮੇਰੀ ਡਾਟਰ ਸੇਮ ਪੋਜੀਸ਼ਨ ਤੇ 52 ਦੀ ਹੋ ਕੇ ਪਹੁੰਚ ਜਾਏ ਤੇ ਮੈਂ ਸੋਚਾਂਗੀ ਕਿ ਮੇਰੀ ਡਾਟਰ ਬਹੁਤ ਕਾਮਯਾਬ ਹੈਗੀ ਹੈ, ਕਿਉਂਕਿ there are less regrets in my life and more you can say achievements ਹੈ ਨਾ। ਸੋ ਆਪਣੇ ਬੱਚਿਆਂ ਦੇ ਰੋਲ ਮਾਡਲ ਬਣਨਾ ਬਹੁਤ ਜ਼ਰੂਰੀ ਹੈ। ਐਂਡ ਆਈ ਐਮ ਸ਼ੋਰ ਜਿਵੇਂ ਤੁਸੀਂ ਅੱਜ ਆਪਣੀ ਤੁਹਾਡੇ ਮਮ ਤੁਹਾਡੇ ਰੋਲ ਮਾਡਲ ਨੇ, ਕੱਲ ਨੂੰ ਆਪਣੀ ਡਾਟਰ ਲਈ ਤੁਸੀਂ ਹੋਵੋਗੇ। I hope so. ਹੈ ਨਾ। ਹਾਂ, ਸੋ ਇਹ ਅੱਗੇ ਅੱਗੇ ਐਵੇਂ ਵੱਧਦੀ ਰਹਿੰਦੀ ਹੈਗੀ, ਕਿਉਂਕਿ ਬੱਚੀਆਂ ਆਪਣੇ ਮਾਪਿਓ ਨੂੰ ਦੇਖ ਕੇ ਬੇਟੀਆਂ ਮਾਮਾ ਨੂੰ ਦੇਖ ਕੇ ਜ਼ਿਆਦਾ ਸਿੱਖਦੀਆਂ ਨੇ, ਹੈ ਨਾ। ਸੋ ਬਹੁਤ ਹੀ ਅੱਛਾ ਹੈਗਾ ਬੇਟੇ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਹੀ ਅੱਛਾ ਲੱਗਿਆ ਤੇ ਮੈਂ ਪ੍ਰੋਮਿਸ ਕਰਦੀ ਹਾਂ ਕਿ ਸਿਮਰਨ ਨੂੰ ਅਸੀਂ ਫੇਰ ਵੀ ਲਿਆਵਾਂਗੇ ਜਦੋਂ ਵੀ ਕਿ ਹੋਰ ਅੱਗੇ ਕੰਮ ਕਰਨਗੇ, ਜਾਂ ਹਾਲੇ ਇੰਨਾ ਕੁਛ ਇਹਨਾਂ ਨੇ ਹੋਰ ਕੀਤਾ ਸੀ, ਕੁਛ ਕੁ ਚੀਜ਼ਾਂ ਅੱਜ ਪ੍ਰੈਜ਼ੈਂਟ ਕਰਨ ਲਈ ਚੁਣੀਆਂ ਸੀ, ਬਟ ਇਹ ਗੁਣਾ ਦੀ ਗੁੱਥਲੀ ਨੇ, ਸ਼ੀ ਹੈਜ਼ ਸੋ ਮਚ ਟੂ ਆਫਰ, ਹੈ ਨਾ। ਸੋ ਬੇਟੇ ਐਟ ਦ ਐਂਡ ਮੈਂ ਇਹ ਚਾਹਾਂਗੀ ਕਿ ਤੁਸੀਂ ਆਪਣੀ ਲਾਈਫ ਦੇ ਵਿੱਚੋਂ ਮੈਸੇਜ ਦਿਓ to everybody, to our society, to moms and to daughters. I say one thing, and I think Joey said I'm going to follow God. They know that they'll be lying, but I always say that live for you. Like it's that zindagi, you have to live for yourself, because if you don't, you're not going to be happy. So I know sometimes our mom dads pressure ponte, you know, university ja, pad, pad. But if you're not happy, then it doesn't matter, because it tadi zindagi and you have to be happy, and everything you do at the end of the day, you're always going to be on your own. So you shouldn't worry about loki ki kahenge. Always focus on yourself of, am I happy? If I'm happy, that's all that matters. Always focus on your own happiness. ਬਹੁਤ ਹੀ ਵੱਡੀ ਗੱਲ ਇਹਨਾਂ ਨੇ ਕਹੀ ਹੈ ਤੇ ਇਹ ਕੋਈ ਡਿਫਰੈਂਟ ਵੀ ਨਹੀਂ ਹੈ। ਮੇਰੇ ਜਿੰਨੇ ਵੀ ਮੋਸਟਲੀ ਜਿਹੜੇ ਵੀ ਅੱਜ ਤੱਕ ਗੈਸਟ ਆਏ ਨੇ ਉਹ ਇਹੀ ਕਹਿ ਕੇ ਗਏ ਨੇ, different words they but message ਇਹੀ ਸੀ, you time, me time, or like making yourself happy. ਔਰ ਜਿਹੜੇ ਮੇਰੇ ਪਿਛਲੇ ਗੈਸਟ ਸੀ ਉਹਨਾਂ ਨੇ ਵੀ ਜਦੋਂ ਇਹ ਗੱਲ ਕਹੀ, ਮੈਂ ਇੱਕ ਲਾਈਨ ਯੂਜ਼ ਕੀਤੀ ਸੀ and I will love to use it again. ਕਹਿੰਦੇ ਨੇ ਕਿ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣਾ ਹੈ, YOLO, you live only once, ਹੈ ਨਾ। it's your life, do whatever pleases you. ਜੇ ਹਰ ਬੰਦਾ ਆਪਣੇ ਆਪ ਨੂੰ ਖੁਸ਼ ਰੱਖੇਗਾ ਤੇ ਭਾਈ ਸਾਹਿਬ ਸਾਰੀ ਦੁਨੀਆ ਖੁਸ਼ ਹੋ ਜਾਏਗੀ, ਹੈ ਨਾ। ਕਿਸੇ ਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਹੈਗੀ, ਹੈ ਨਾ। ਸੋ ਇਹ ਐਕਸਪੈਕਟੇਸ਼ਨਸ ਕਈ ਵਾਰੀ ਜ਼ਿਆਦਾ ਦੂਸਰਿਆਂ ਤੋਂ ਉਹ ਘੱਟ ਰੱਖੋ, ਕਿਸੇ ਨੂੰ ਤੰਗ ਨਾ ਕਰੋ। ਜਦੋਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖ ਰਹੇ ਹੋ, ਇਹ ਸੋਚੋ ਕਿ ਆਪਣੀਆਂ ਬਾਉਂਡਰੀਜ਼ ਦੇ ਵਿੱਚ ਰਹਿ ਕੇ ਖੁਸ਼ ਹੋ ਰਹੇ ਹੋ, ਕਿਸੇ ਨੂੰ ਨਾ ਤੰਗ ਕਰੋ ਉਹਦੇ ਪਿੱਛੇ, ਹੈ ਨਾ। ਪਰ ਆਪਣੇ ਆਪ ਨੂੰ ਜ਼ਰੂਰ ਖੁਸ਼ ਰੱਖੋ ਕਿ ਜੋ ਤੁਹਾਨੂੰ ਚੰਗਾ ਲੱਗਦਾ ਹੈ, ਆਪਣੀ ਜਿਹੜਾ ਤੁਹਾਡਾ ਸਪੋਰਟ ਸਿਸਟਮ ਹੈ, ਵੇਅਰ ਐਵਰ ਇਟ ਇਜ਼। ਕਈ ਵਾਰੀ ਮਾਂ ਪਿਓ ਦੇ ਨਾਲ ਨਹੀਂ ਦੋਸਤੀ ਹੁੰਦੀ ਤੇ ਤੁਹਾਡੇ ਸਕੂਲ ਟੀਚਰ ਨਾਲ ਹੋ ਸਕਦੀ ਹੈ, ਕਾਉਂਸਲਰ ਨਾਲ ਹੋ ਸਕਦੀ ਹੈ, ਜਾਂ ਨਾਲ ਕੰਮ ਕਰਨ ਵਾਲੇ ਨਾਲ, ਜਿੱਥੇ ਮਰਜ਼ੀ ਤੁਹਾਨੂੰ ਕੰਫਰਟ ਮਿਲਦਾ ਹੈ ਗੱਲ ਕਰਨ ਦਾ ਉੱਥੇ ਕਰੋ, ਹੈ ਨਾ। So Simran, thank you so much, and we loved having you today. Thank you for having me. And we want to thank you so much for doing so much at such a small age. ਜੇ ਮੈਂ ਤੁਹਾਨੂੰ ਏਜ ਦੱਸਾਂ, ਸਿਮਰਨ is only 20 years old, ਹੈ ਨਾ। ਤੇ ਦੇਖੋ ਇਹਨਾਂ ਨੇ ਕਿੰਨਾ ਕੁਝ ਲਾਈਫ ਵਿੱਚ ਕਰ ਲਿਆ। ਸੋ ਮੈਂ ਬਹੁਤ ਇਨਸਪਾਇਰ ਹੋਈ ਹਾਂ ਜਦੋਂ ਤੁਹਾਡੇ ਵਰਗੇ ਇਨਸਾਨ ਨੂੰ ਮੈਂ ਮਿਲਦੀ ਹਾਂ, ਮੈਂ ਸੋਚਦੀ ਹਾਂ ਓ ਮਾਈ ਗੋਡ, ਆਈ ਹੈਵ ਸੋ ਮਚ ਟੂ ਡੂ ਇਨ ਲਾਈਫ, ਹੈ ਨਾ। ਸੋ ਇਹ ਜਦੋਂ ਆਪਾਂ ਆਪਣੇ ਵਿੱਚ ਕਰ ਲਈ ਕਿ ਆਪਾਂ ਸਾਰੀ ਉਮਰ ਸਿੱਖਦੇ ਰਹਿੰਦੇ ਹਾਂ, ਸਾਰੀ ਉਮਰ ਕਿੰਨਾ ਵੀ ਕਰ ਲਈਏ ਉਹ ਘੱਟ ਹੈ। ਚੰਗੀਆਂ ਚੀਜ਼ਾਂ ਤੇ ਮਾੜੀਆਂ ਚੀਜ਼ਾਂ ਤੇ ਜਿੰਨਾ ਵੀ ਕੰਟਰੋਲ ਕਰ ਲਓ ਉਨਾ ਹੀ ਚੰਗਾ ਹੈ। ਸੋ ਬੀ ਨਾਈਸ ਟੂ yourself, ਮੇਕ yourself happy ਤੇ ਬੀ ਕਾਈਂਡ ਟੂ ਅਦਰਸ, ਹੈ ਨਾ। ਤੇ ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਖਤਮ ਕਰਨ ਦੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 56 23।